ਸਤਿ ਸ਼੍ਰੀ ਅਕਾਲ, ਨਮਸਤੇ ਅਤੇ ਜੀ ਆਇਆਂ ਨੂੰ ਸਾਰਿਆਂ ਨੂੰ ਅੱਜ ਦੇ ਫੋਰਮ ਦੇ ਵਿੱਚ ਨਿੱਘਾ ਸਵਾਗਤ ਹੈ। ਤੁਹਾਡੀ ਸਿਹਤ ਤੁਹਾਡੇ ਹੱਥਾਂ ਵਿੱਚ। ਸਟ੍ਰੋਕ ਨੂੰ ਰੋਕਣਾ ਅਤੇ ਇਸ ਦਾ ਪ੍ਰਬੰਧ ਕਰਨਾ। ਸ਼ੁਰੂ ਹੋਣ ਤੋਂ ਪਹਿਲਾਂ ਮੈਂ ਇੱਕ ਲੈਂਡ ਐਕਨੋਲਜਮੈਂਟ ਕਰੂੰਗੀ। ਮੈਂ ਐਕਨੋਲਜ ਕਰਨਾ ਮੰਗਦੀ ਹਾਂ ਵੀ ਸਾਡਾ ਆਈਕਨ ਦਾ ਆਫਿਸ ਟ੍ਰੈਡੀਸ਼ਨਲ ਐਂਸੈਸਟਰਲ ਅਤੇ ਅਨਸੀਡਡ ਜ਼ਮੀਨਾਂ ਮਸਕੂਅਮ ਸਕੁਆਮਿਸ਼ ਅਤੇ ਸਲੇਵਟੂਥ ਇੰਡੀਜਨਸ ਲੋਕਾਂ ਦੀ। ਡਾਕਟਰ ਗੁਲਜ਼ਾਰ ਚੀਮਾ ਸਾਡੇ ਆਈਕਨ ਦੇ ਚੀਫ ਮੈਡੀਕਲ ਆਫਿਸਰ ਹਨ 11 ਸਾਲ ਤੋਂ। ਨਾਲੇ ਤੁਹਾਨੂੰ ਸਾਰਿਆਂ ਨੂੰ ਬਹੁਤ ਪਤਾ ਹੋਗਾ ਵੀ ਉਹ ਕਾਫੀ ਚਿਰ ਵਾਸਤੇ ਸਰੀ ਦੇ ਵਿੱਚ ਇੱਕ ਫੈਮਿਲੀ ਡਾਕਟਰ ਦੇ ਤੌਰ ਤੇ ਕੰਮ ਕਰ ਰਹੇ ਹਨ। ਉਹਨਾਂ ਨੇ ਆਪਣੀ ਪੜ੍ਹਾਈ ਪੰਜਾਬ ਯੂਨੀਵਰਸਿਟੀ ਤੋਂ ਕੀਤੀ ਸੀ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਟ੍ਰੇਨਿੰਗ ਲਈ ਸੀ ਨਿਊਫਾਊਂਡਲੈਂਡ ਯੂਨੀਵਰਸਿਟੀ, ਨਾਲੇ ਸਾਸਕਟੂਨ ਦੇ ਯੂਨੀਵਰਸਿਟੀ ਹਸਪੀਟਲ ਦੇ ਵਿੱਚ। ਨਾਲੇ ਡਾਕਟਰ ਚੀਮਾ ਪਹਿਲੇ ਵਿਅਕਤੀ ਹਨ ਜੋ ਕੈਨੇਡਾ ਵਿੱਚ MLA ਬਣੇ ਸੀ ਇੰਡੀਆ ਦੇ ਜੰਪਾਲ ਬਣ ਕੇ। ਸੋ ਫਿਰ ਹੁਣ ਮੈਂ ਡਾਕਟਰ ਚੀਮਾ ਨੂੰ ਇਜਾਜ਼ਤ ਦਊਂਗੀ ਤਾਂ ਕਿ ਉਹ ਆਪਣੇ ਪ੍ਰੈਜ਼ੈਂਟੇਸ਼ਨ ਸ਼ੁਰੂ ਕਰ ਸਕਣ। Thank you so much, Harman. ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ ਤੇ ਗੁੱਡ ਆਫਟਰਨੂਨ। ਇਹ ਸਾਡਾ ਅੱਜ ਦੂਸਰਾ ਦਿਨ ਹੈ ਆਈਕਨ ਪ੍ਰੋਜੈਕਟ ਦਾ, ਜਿਹੜਾ ਅਸੀਂ ਸੈਮੀਨਾਰ ਕਰਨੇ ਪਏ ਹਾਂ ਕਿਉਂਕਿ ਇਸ ਟਾਈਮ ਦੇ ਵਿੱਚ ਕੋਵਿਡ ਕਰਕੇ ਅਸੀਂ ਫਿਜ਼ੀਕਲੀ ਤੁਹਾਡੇ ਨਾਲ ਨਹੀਂ ਮਿਲ ਸਕਦੇ, ਪਰ ਅਸੀਂ ਆਨਲਾਈਨ ਤੁਹਾਡੇ ਨਾਲ ਕਮਿਊਨੀਕੇਸ਼ਨ ਐਸਟੈਬਲਿਸ਼ ਕੀਤਾ। ਮੈਂ ਆਈਕਨ ਬਾਰੇ ਦੱਸਣਾ ਚਾਹੁੰਦਾ ਕਿ ਇਹ ਕੋਈ 11 ਸਾਲਾਂ ਤੋਂ ਪਹਿਲਾਂ ਸ਼ੁਰੂ ਹੋਇਆ ਸੀ। ਇਹਦਾ ਇਹਦੀ ਜਿਹੜਾ ਨਾਂ ਹੈ ਕਿ ਇੰਟਰਕਲਚਰਲ ਆਨਲਾਈਨ ਹੈਲਥ ਨੈਟਵਰਕ। ਇਹ UBC ਦੀ ਫੈਕਲਟੀ ਆਫ ਮੈਡੀਸਨ ਜਿਹੜੇ ਡਾਕਟਰ ਕੈਂਡਲ ਹੋ ਨੇ, ਪ੍ਰੋਫੈਸਰ ਆਫ ਐਮਰਜੈਂਸੀ ਮੈਡੀਸਨ, ਡਿਜੀਟਲ ਮੈਡੀਸਨ ਦੇ ਵੀ ਪ੍ਰੋਫੈਸਰ ਨੇ, ਤੇ ਉਹ ਇਸ ਪ੍ਰੋਗਰਾਮ ਦੇ ਓਵਰਆਲ ਲੀਡ ਨੇ। ਮੈਂ ਸਾਊਥ ਏਸ਼ੀਅਨ ਭਾਈਚਾਰੇ ਦੀ ਜਿਹੜਾ ਸੈਕਸ਼ਨ ਉਹਨੂੰ ਮੈਂ ਲੀਡ ਕਰਨਾ ਮੇਰਾ ਕੰਮ ਐਜ਼ ਏ ਵਲੰਟੀਅਰ ਹੈ ਪਿਛਲੇ 11 ਸਾਲਾਂ। ਤੇ ਮੈਂ ਇਸ ਪ੍ਰੋਗਰਾਮ ਦੇ ਵਿੱਚ ਆਪਣੇ ਡਾਕਟਰਸ, ਪੰਜਾਬੀ ਬੋਲਣ ਵਾਲੇ, ਹਿੰਦੀ ਬੋਲਣ ਵਾਲੇ, ਬਹੁਤ ਸਾਰੇ ਇਨਵੋਲਵਮੈਂਟ ਉਹਨਾਂ ਦੀ ਕੀਤੀ ਸੀ। ਉਹ ਹਮੇਸ਼ਾ ਸਾਨੂੰ ਟਾਈਮ ਦੇ ਕੇ ਇਸ ਪ੍ਰੋਗਰਾਮ ਨੂੰ ਪ੍ਰਮੋਟ ਕਰਦੇ ਨੇ। ਸੋ ਵੀ ਆਰ ਸੋ ਗ੍ਰੇਟਫੁਲ। ਅੱਜ ਸਾਡੇ ਕੋਲ ਐਡੀਸ਼ਨ ਵੀ ਹੈਗੀ ਹੈ। ਅੱਗੇ ਸਾਡੀ ਕਮਿਊਨਿਟੀ ਦੇ ਬੜੇ ਅੱਛੇ ਡਾਕਟਰ, ਯੰਗ ਡਾਕਟਰ ਆ ਰਹੇ ਨੇ, ਉਹਨਾਂ ਬਾਰੇ ਮੈਂ ਬਾਅਦ 'ਚ ਗੱਲ ਕਰਾਂਗਾ। ਸਾਡਾ ਜਿਹੜਾ ਮਕਸਦ ਕੀ ਹੈ, ਪਹਿਲੀ ਗੱਲ ਤੇ ਜਿਹੜਾ ਪ੍ਰੋਗਰਾਮ ਹੈ ਇਹ ਪ੍ਰੋਮਿਸ ਫੰਡ ਕਰਦਾ। ਪਿਛਲੇ 11 ਸਾਲਾਂ ਵਿੱਚ ਕੋਈ ਵੀ ਜਿਹੜੀ ਵੀ ਗਵਰਨਮੈਂਟ ਆਈ ਹੈ ਉਹਨਾਂ ਸਾਰਿਆਂ ਨੇ ਇਸ ਪ੍ਰੋਗਰਾਮ ਨੂੰ ਫੰਡ ਕੀਤਾ। ਇਹਦਾ ਪਰਪਸ ਹੈ ਕਿ ਅਸੀਂ ਜਿਹੜੀਆਂ ਮਲਟੀ ਕਲਚਰਲ ਕਮਿਊਨਿਟੀਜ਼ ਨੇ ਤੇ ਜਿਹੜੇ ਸਾਡੇ ਇੱਥੇ ਇੰਡੀਜਨਸ ਲੋਕ ਨੇ, ਪੇਸ਼ੈਂਟਸ ਨੇ ਤੇ ਕੇਅਰ ਗਿਵਰ ਨੇ, ਉਹਨਾਂ ਤੱਕ ਇਨਫੋਰਮੇਸ਼ਨ ਕਿਸ ਤਰ੍ਹਾਂ ਪਹੁੰਚਾਣੀ, ਉਹਨਾਂ ਦੀ ਬੋਲੀ ਵਿੱਚ, ਉਹਨਾਂ ਦੀ ਲੈਂਗੁਏਜ ਦੇ ਵਿੱਚ। ਤੇ ਜਿਹੜੀਆਂ ਪ੍ਰੋਬਲਮਸ ਨੇ ਲੰਬੇ ਸਮੇਂ ਵਾਲੀਆਂ, ਜਿਸ ਤਰ੍ਹਾਂ ਕ੍ਰੋਨਿਕ ਡਿਜ਼ੀਜ਼ਸ ਦੀ ਜਿਹੜੀਆਂ ਨਾ, ਉਹਨੂੰ ਰੋਕਥਾਮ ਵਾਸਤੇ ਤੇ ਉਹਦੀ ਮੈਨੇਜਮੈਂਟ ਵਾਸਤੇ ਕੀ ਅਸੀਂ ਕਰ ਸਕਦੇ ਹਾਂ, ਉਹ ਲੋਕਾਂ ਤੱਕ ਅਸੀਂ ਪਹੁੰਚਾਉਣਾ। ਥਰਡ ਸਾਡਾ ਆਬਜੈਕਟਿਵ ਹੈ ਕਿ ਜਿਹੜੀ ਇਨਫੋਰਮੇਸ਼ਨ ਦੇਣੀ ਹੈ ਉਹ ਗੱਪਸ਼ਪ ਨਹੀਂ ਮਾਰਨੀ, ਉਹ ਦੇਣੀ ਹੈ ਕਿ ਰੈਲੇਵੈਂਟ ਇਨਫੋਰਮੇਸ਼ਨ ਜਿਹੜੀ ਕਿ ਆਪਣੇ ਜਿਹੜੇ BC ਦੇ ਨਿਵਾਸੀਆਂ ਤੱਕ ਪਹੁੰਚਾਉਣੀ ਹੈ, ਜਿਹੜੀ ਐਕਚੁਅਲੀ ਉਹ ਹੋ ਰਿਹਾ ਸਾਇੰਸ ਦੇ ਮੁਤਾਬਕ, ਪਰ ਤੁਹਾਡੀ ਬੋਲੀ ਵਿੱਚ। ਫਿਰ ਸਾਡਾ ਹੁੰਦਾ ਕਿ ਅਸੀਂ ਜਿਹੜਾ ਕਮਿਊਨੀਕੇਸ਼ਨ ਹੈ, ਇਹਦਾ ਇੱਕ ਬੜਾ ਸੋਹਣਾ ਕਨਵਰਸੇਸ਼ਨ ਦਾ ਇੱਕ ਟਾਈਮ ਹੈ ਕਿ ਕਮਿਊਨਿਟੀ ਦੇ ਨਾਲ ਮੈਂਬਰਸ ਆਫ ਦੀ ਹੈਲਥ ਕੇਅਰ, ਜਿਹੜੇ ਸਾਡੇ ਪ੍ਰੋਫੈਸ਼ਨਲਸ ਨੇ ਜਾਂ ਜਿਹੜੇ ਸਪੋਰਟ ਸਟਾਫ ਹੈ, ਉਹਨਾਂ ਨਾਲ ਕਨੈਕਸ਼ਨ ਤੁਸੀਂ ਕਿਸ ਤਰ੍ਹਾਂ ਬਣਾਉਣਾ। ਸੋ ਇਹ ਸਾਡੇ ਮੇਨ ਆਬਜੈਕਟਿਵ ਨੇ ਜੋ ਉਹਦਾ ਪ੍ਰੋਗਰਾਮ ਅਸੀਂ ਸ਼ੁਰੂ ਕੀਤਾ। ਫਿਰ ਅੱਜ ਦਾ ਜਿਹੜਾ ਸਾਡਾ ਫਾਰਮ ਹੈ, ਇਹਦੇ ਵਿੱਚ ਅਸੀਂ ਜਿਸ ਤਰ੍ਹਾਂ ਕੱਲ੍ਹ ਵੀ ਕੀਤਾ ਸੀ ਕਿ ਸ਼ੁਰੂ ਦੇ ਵਿੱਚ ਕਿ ਸਟ੍ਰੋਕ ਦੀ ਜਿਹੜੀ ਹੈ ਨਾ, ਕੱਲ੍ਹ ਅਸੀਂ ਉਹਦੀ ਪ੍ਰੀਵੈਂਸ਼ਨ ਬਾਰੇ ਗੱਲ ਕੀਤੀ ਸੀ ਕਿ ਓਵਰਵਿਊ ਕੀਤਾ ਸੀ ਵੀ ਤੁਸੀਂ ਪਹਿਲਾਂ ਕਿਸ ਤਰ੍ਹਾਂ ਇਹਦੀ ਪਹਿਚਾਣ ਕਿਸ ਤਰ੍ਹਾਂ ਕਰਨੀ ਹੈ, ਇਹਦੇ ਲੱਛਣ ਕੀ ਨੇ, ਕਿਸ ਤਰੀਕੇ ਨਾਲ ਪ੍ਰੈਜ਼ੈਂਟ ਕਰਦਾ, ਇਹਨੂੰ ਡਾਇਗਨੋਸ ਕਿਸ ਤਰ੍ਹਾਂ ਕਰਨਾ, ਇਹਦਾ ਇਲਾਜ ਕਿਸ ਤਰ੍ਹਾਂ ਕਰਨਾ, ਡਾਈਟ ਤੁਹਾਡੀ ਕਿਹੜੀ ਇੰਪੋਰਟੈਂਟ ਹੈ, ਕਿਸ ਤਰੀਕੇ ਨਾਲ ਤੁਸੀਂ ਇਹਨੂੰ ਡੀਲ ਕਰਨਾ, ਤੁਹਾਡੇ ਕੋਲ ਡਿਜੀਟਲ ਟੂਲਸ ਕਿਹੜੇ ਨੇ ਪੇਸ਼ੈਂਟ ਨੂੰ ਅਸਿਸਟ ਕਰਨ ਵਾਸਤੇ, ਕੇਅਰ ਗਿਵਰਸ ਵਾਸਤੇ ਤੇ ਹੈਲਥ ਕੇਅਰ ਪ੍ਰੋਫੈਸ਼ਨਲਸ ਵਾਸਤੇ। ਅੱਜ ਜਿਹੜਾ ਥੋੜਾ ਜਿਹਾ ਅਸੀਂ ਹੋਰ ਡੀਪਰ ਜਾ ਰਹੇ ਹਾਂ ਇਸ ਕੰਮ ਦੇ ਵਿੱਚ ਕਿ ਸਟ੍ਰੋਕ ਕੀ ਹੈ, ਇਹਨੂੰ ਮੈਨੇਜ ਕਿਸ ਤਰ੍ਹਾਂ ਕਰਨਾ, ਤੇ ਜਿਹੜੇ ਸਟ੍ਰੋਕ ਦੇ ਨੇ ਸਾਡੀ ਜਿਹੜੀ ਮਾਨਸਿਕ ਤੌਰ ਜਿਹੜੀ ਹੈਲਥ ਹੈ ਉਹਦੇ ਤੇ ਕਿਸ ਤਰ੍ਹਾਂ ਇਹਦਾ ਅਸਰ ਪੈਂਦਾ, ਤੇ ਜਿਹੜੀਆਂ ਸਾਡੀਆਂ ਐਬਿਲਿਟੀਜ਼ ਨੇ ਫੰਕਸ਼ਨ ਕਰਨ ਦੀਆਂ, ਤੇ ਬਾਅਦ ਦੇ ਵਿੱਚ ਰੀਹੈਬਿਲਿਟੇਸ਼ਨ ਦਾ ਕੀ ਰੋਲ ਹੈ। ਅਸੀਂ ਤੁਹਾਨੂੰ ਪ੍ਰੈਕਟੀਕਲ ਟਿਪਸ ਦਿਆਂਗੇ ਤੇ ਕਮਿਊਨਿਟੀ ਰਿਸੋਰਸਿਸ ਪੇਸ਼ੈਂਟ ਵਾਸਤੇ ਕਿਹੜੇ ਹੈਗੇ ਨੇ ਉਹਨਾਂ ਬਾਰੇ ਵੀ ਤੁਹਾਡੇ ਨਾਲ ਗੱਲ ਕਰਾਂਗੇ। ਅੱਜ ਮੈਂ ਡਾਕਟਰ ਰਾਜੀਵ ਰੇਬਾਏ, ਉਹ ਸਾਨੂੰ ਦੱਸਣਗੇ ਕਿ
ਸਟ੍ਰੋਕ ਤੇ ਤੁਹਾਨੂੰ ਹੋ ਗਿਆ, ਜੇ ਹੋ ਗਿਆ ਤੇ ਤੁਸੀਂ ਘਰ ਆਉਣਾ ਤੇ ਘਰ ਆਉਣ ਤੋਂ ਪਹਿਲਾਂ ਜੇ ਤੁਸੀਂ ਤੁਹਾਡੀ ਕੋਈ ਮੁਸ਼ਕਲ ਆ ਰਹੀ ਹੈ ਤੇ ਰੀਹੈਬਿਲਿਟੇਸ਼ਨ ਵਾਸਤੇ ਤੁਸੀਂ ਕੀ ਕਰਨਾ, ਕਿਸ ਤਰੀਕੇ ਨਾਲ ਕਿਹੜਾ ਜਾ ਸਕਦਾ ਰੀਹੈਬਿਲਿਟੇਸ਼ਨ ਸੈਂਟਰ ਦੇ ਵਿੱਚ, ਕਿਹੜਾ ਨਹੀਂ ਜਾ ਸਕਦਾ। ਨਾਲ ਹੀ ਹੁੰਦਾ ਵੀ ਘਰ ਆਉਣ ਤੋਂ ਪਹਿਲਾਂ ਇੱਕ ਬਹੁਤ ਹੀ ਇੰਪੋਰਟੈਂਟ ਪਾਰਟ ਹੁੰਦਾ ਕਿ ਤੁਹਾਡਾ ਓਟੀ ਤੇ ਫਿਜ਼ੀਓ ਵਾਲਿਆਂ ਨੇ ਤੁਹਾਨੂੰ ਅਸੈਸ ਕਰਨਾ, ਤੁਹਾਨੂੰ ਵੇਖਣਾ ਵੀ ਤੁਸੀਂ ਹਸਪੀਟਲ ਤੋਂ ਘਰ ਦੇ ਵਿੱਚ ਟ੍ਰਾਂਜੀਸ਼ਨ ਕਿਸ ਤਰ੍ਹਾਂ ਹੋਣੀ, ਉਹਨਾਂ ਆ ਕੇ ਤੁਹਾਡਾ ਘਰ ਦੇਖਣਾ, ਉਹਨਾਂ ਮੋਡੀਫਿਕੇਸ਼ਨ ਬਾਰੇ ਤੁਹਾਡੇ ਨਾਲ ਗੱਲ ਕਰਨੀ ਹੈ, ਉਸ ਦਾ ਫਿਜ਼ੀਕਲ ਸਟਰਕਚਰ ਦੀ ਗੱਲ ਕਰਨ। ਸੋ ਉਹ ਸਾਰਾ ਅਰੇਂਜਮੈਂਟ ਕਰਨਾ ਬਹੁਤ ਇੰਪੋਰਟੈਂਟ ਹੁੰਦਾ। ਫਿਰ ਲਾਈਫ ਸਟਾਈਲ ਦੀ ਜਿਹੜੀ ਅਡੈਪਟੇਸ਼ਨ ਹੈ ਨਾ, ਉਹ ਬੜੀ ਇੰਪੋਰਟੈਂਟ ਹੈ। ਚੇਂਜਸ ਆਉਣੀਆਂ ਤੁਹਾਡੇ ਹਰ ਕੰਮ ਦੇ ਵਿੱਚ ਸਟ੍ਰੋਕ ਤੋਂ ਬਾਅਦ, ਖਾਣ ਦੇ ਵਿੱਚ, ਪੀਣ ਦੇ, ਰਹਿਣ ਦੇ ਤੇ ਹੋਰ ਇਸ ਤੋਂ ਇਲਾਵਾ ਉਹ ਬਹੁਤ ਇੰਪੋਰਟੈਂਟ ਹੁੰਦਾ। ਫਿਰ ਹੁੰਦਾ ਹੈ ਕਿ ਜੇ ਤੁਸੀਂ ਘਰ ਆਉਣ ਤੋਂ ਬਾਅਦ ਤੁਹਾਡਾ ਸਾਰਾ ਸਿਸਟਮ ਸੈਟਅਪ ਕਰ ਦਿੱਤਾ ਤੇ ਜੇ ਪਹਿਲੇ ਕੁਝ ਮਹੀਨੇ ਐਟਲੀਸਟ 6 ਮਹੀਨਿਆਂ ਤੱਕ ਜਿਹੜੀ ਵੀ ਤੁਸੀਂ ਘਰ ਵਿੱਚ ਐਕਸਰਸਾਈਜ਼ ਕਰਨੀ ਹੈ ਉਹਦੇ ਬਾਰੇ ਤੁਹਾਨੂੰ ਐਕਸਪਲੇਨ ਕਰਦੇ ਨੇ ਕਿ ਕਿਸ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਇੰਪਰੂਵਮੈਂਟ ਕਰਨੀ ਹੈ। ਕਿਉਂਕਿ ਜਿਸ ਤਰ੍ਹਾਂ ਅਸੀਂ ਕੱਲ ਵੀ ਤੁਹਾਨੂੰ ਐਕਸਪਲੇਨ ਕੀਤਾ ਸੀ ਕਿ ਸਟ੍ਰੋਕ ਦੇ ਕਾਰਨ ਕੀ ਨੇ, ਕੀ ਹੁੰਦਾ, ਅੱਜ ਡਾਕਟਰ ਚਾਲ ਨੇ ਤੁਹਾਨੂੰ ਐਕਸਪਲੇਨ ਕੀਤਾ ਵੀ ਇਹ ਜਿਹੜਾ ਤੁਸੀਂ ਟਾਈਮ ਬਹੁਤ ਇੰਪੋਰਟੈਂਟ ਹੈ, ਬ੍ਰੇਨ ਇਜ਼ ਟਾਈਮ। ਹੁਣ ਡਾਕਟਰ ਜੈਨ ਨੇ ਇਹ ਐਕਸਪਲੇਨ ਕੀਤਾ ਵੀ ਬ੍ਰੇਨ ਦਾ ਡੈਮੇਜ ਕੀ ਹੁੰਦਾ, ਤੇ ਹੁਣ ਡਾਕਟਰ ਜਿਹੜੇ ਸਾਡੇ ਨਵੇਂ ਸਪੀਕਰ ਨੈਕਸਟ ਸਪੀਕਰ ਨੇ ਉਹ ਐਕਸਪਲੇਨ ਕਰਨਗੇ ਜੇ ਬਦਕਿਸਮਤੀ ਨਾਲ ਸਾਰਾ ਕੁਝ ਹੋ ਚੁੱਕਾ ਤੇ ਤੁਸੀਂ ਇਹਦੇ ਬਾਰੇ ਕੀ ਕਰ ਸਕਦੇ ਹੋ। ਸੋ ਸਾਡੇ ਹੁਣ ਇਹਨਾਂ ਨੂੰ ਸਾਡੇ ਸਪੀਕਰ ਇਹਨਾਂ ਨੂੰ ਸੁਣੋ। ਥੈਂਕ ਯੂ। ਹੈਲੋ, ਸਤਿ ਸ਼੍ਰੀ ਅਕਾਲ ਜੀ। ਮੈਨੂੰ ਅੱਜ ਇੱਥੇ ਆਈਕਨ ਦੀ ਕਾਨਫਰੰਸ ਦੇ ਉੱਪਰ ਨਿਯੋਤਾ ਦੇਣ ਲਈ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਤੁਹਾਡੀ। ਮੇਰਾ ਨਾਮ ਰਾਜੀਵ ਰੀਬੀ ਹੈ। ਮੈਂ ਇੱਥੇ ਫਿਜ਼ੀਕਲ ਮੈਡੀਸਿਨ ਅਤੇ ਰੀਹੈਬਲੀਟੇਸ਼ਨ ਦੇ ਵਿੱਚ ਐਸੋਸੀਏਟ ਪ੍ਰੋਫੈਸਰ ਹੈਗਾ, ਜਿਹੜਾ ਕਿ ਵੈਨਕੂਵਰ ਅਤੇ ਨਿਊ ਵੈਸਟਮਿਨਸਟਰ ਦੇ ਵਿੱਚ ਪ੍ਰੈਕਟਿਸ ਕਰਦਾ ਹਾਂ, BC ਦੇ ਵਿੱਚ। ਅਤੇ ਮੇਰੀ ਅੱਜ ਦੀ ਚਰਚਾ ਦਾ ਉਦੇਸ਼ ਇਹ ਰਹੇਗਾ ਕਿ ਤੁਹਾਡੀ ਸਿਹਤ 'ਤੇ ਪੈਣ ਵਾਲੇ ਸਟ੍ਰੋਕ ਦਾ ਅਸਰ, ਉਹਦੇ ਬਾਰੇ ਅਸੀਂ ਗੱਲ ਕਰਾਂਗੇ। ਸਟ੍ਰੋਕ ਤੋਂ ਸਿਹਤਯਾਬੀ ਦੀ ਸੱਚਾਈ, ਸਟ੍ਰੋਕ ਦੇ ਬਾਅਦ ਬਹਾਲੀ ਉਹ ਕੀ ਹੈ, ਜਾਂ ਸਟ੍ਰੋਕ ਦੇ ਬਾਅਦ ਬਹਾਲੀ ਦੇ ਵਿੱਚ ਮੇਰੀ ਮਦਦ ਕਿਵੇਂ ਕਰ ਸਕਦੀ ਹੈ, ਅਤੇ ਹਸਪਤਾਲ ਤੋਂ ਘਰ ਦੀ ਵਾਪਸੀ ਦਾ ਸਫ਼ਰ ਕਿਸ ਤਰ੍ਹਾਂ ਹੁੰਦਾ। ਅਤੇ ਨਾਲ ਦੀ ਨਾਲ ਹੀ ਅਸੀਂ ਸਟ੍ਰੋਕ ਦੇ ਬਾਅਦ ਦੇ ਕਸਰਤ ਦੇ ਮਹੱਤਵ ਦੇ ਬਾਰੇ ਵੀ ਗੱਲ ਕਰਾਂਗੇ। ਸਟ੍ਰੋਕ ਦੇ ਪਿਛੋਕੜ ਦੀ ਗੱਲ ਕਰੀ ਤਾਂ ਜਿਹੜਾ ਸਟ੍ਰੋਕ ਹੈਗਾ, ਤੀਸਰਾ ਸਭ ਤੋਂ ਵੱਡਾ ਕਾਰਨ ਹੈਗਾ ਕੈਨੇਡਾ ਦੇ ਵਿੱਚ ਮੌਤ ਹੋਣ ਦਾ, ਅਤੇ ਸਾਰੀ ਦੁਨੀਆ ਦੇ ਵਿੱਚ ਦੂਸਰਾ ਸਭ ਤੋਂ ਵੱਡਾ ਕਾਰਨ ਹੈਗਾ ਇਹ। 4 ਲੱਖ ਤੋਂ ਵੀ ਲੋਕ ਜਿਹੜੇ ਹੈਗੇ ਸਟ੍ਰੋਕ ਦੇ ਨਾਲ ਇਸ ਸਮੇਂ ਜੂਝ ਰਹੇ ਹੈਗੇ ਨੇ। ਜਿੰਨੇ ਵੀ ਜਿਹੜੇ ਮਰੀਜ਼ ਹੁੰਦੇ ਨੇ ਹਸਪਤਾਲ ਦੇ ਵਿੱਚ ਜਿਹੜੇ ਦਾਖਲ ਹੁੰਦੇ ਨੇ, 100 ਤੋਂ ਜੇ ਮਰੀਜ਼ਾਂ ਦੀ ਗੱਲ ਕਰੀਏ, ਉਹਨਾਂ ਵਿੱਚੋਂ 15 ਜਿਹੜੇ ਹੈਗੇ ਉਹ ਹਸਪਤਾਲ ਤੋਂ ਆਉਂਦੇ ਨਹੀਂ, ਉਹ ਹਸਪਤਾਲ ਦੇ ਵਿੱਚ ਹੀ ਉਹਨਾਂ ਦੀ ਮੌਤ ਹੋ ਜਾਂਦੀ ਹੈ। ਸਿਰਫ 10% ਜਿਹੜੇ ਹੈਗੇ ਲੋਕ ਜਿਹੜੇ ਆ ਉਹ ਠੀਕ ਹੁੰਦੇ ਆ ਪੂਰੀ ਤਰ੍ਹਾਂ। 25% ਦੇ ਵਿੱਚ ਕੋਈ ਨਾ ਕੋਈ ਉਹਨਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਅਸਮਰਥਤਾ ਰਹਿ ਜਾਂਦੀ ਹੈ, ਅਧਰੰਗ ਜਿਹਾ ਰਹਿ ਜਾਂਦਾ। 40 ਜਿਹੜੇ ਹੈਗੇ ਉਹਨਾਂ ਵਿੱਚ ਕੋਈ ਥੋੜ੍ਹੇ ਤੋਂ ਲੈ ਕੇ ਦਰਮਿਆਨੇ ਤੋਂ ਲੈ ਕੇ ਸਭ ਜ਼ਿਆਦਾ ਤੱਕ ਉਹਦੇ 'ਚ ਅਸਮਰਥਤਾ ਹੋ ਜਾਂਦੀ ਹੈ, ਕਿਸੇ ਤਰ੍ਹਾਂ ਦੀ ਕੋਈ ਅਧਰੰਗਪਣਾ ਪੈ ਜਾਂਦਾ। ਅਤੇ 10% ਜਿਹੜੇ ਲੋਕ ਹੈਗੇ, ਜਿਹੜੇ 10 ਲੋਕ ਨੇ ਜਿਹੜੇ ਉਹਨਾਂ ਨੂੰ ਲੰਬੇ ਸਮੇਂ ਦੀ ਦੇਖਭਾਲ ਦੀ ਲੋੜ ਪੈਂਦੀ ਹੈ। ਸਾਲਾਨਾ ਖਰਚਾ ਜਿਹੜਾ ਹੈ ਇਹਦੇ ਉੱਪਰ ਸਟ੍ਰੋਕ ਦੇ ਉੱਪਰ ਲਗਭਗ 3.6 ਬਿਲੀਅਨ ਦਾ ਜਿਹੜਾ ਕਿ ਖਰਚਾ ਆ ਜਾਂਦਾ। ਉਹ ਦੋਨਾਂ ਵਿੱਚ ਇਹ ਹੁੰਦਾ ਕਿ ਹੈਲਥ ਕੇਅਰ ਜਿਹੜੀ ਕੋਸਟ ਹੁੰਦੀ ਹੈ, ਜਿਹਦੀ ਸਿਹਤ ਸੰਭਾਲ ਦੀ ਕੋਸਟ ਹੁੰਦੀ ਹੈ, ਜਾਂ ਫਿਰ ਜਿਹੜੇ ਕਿ ਆਰਥਿਕ ਉਤਪਾਦਨ ਦੀ ਹਾਨੀ ਹੁੰਦੀ ਹੈ, ਉਹਨਾਂ ਦੇ ਉੱਪਰ ਜਿਹੜਾ ਖਰਚਾ ਹੁੰਦਾ ਹੈ, ਸਾਰੇ ਉਹਨਾਂ ਨੂੰ ਮਿਲਾ ਕੇ ਹੈ। ਜਿਹੜਾ ਬਾਕੀ ਖਰਚਾ ਹੈ ਆਪਣੇ ਪਰਿਵਾਰਾਂ ਅਤੇ ਭਾਈਚਾਰਿਆਂ ਦਾ ਜਿਹੜਾ ਕਿ ਦੇਖਭਾਲ ਕਰਨ ਵਾਲੇ ਦਾ ਖਰਚਾ ਹੈ, ਉਹ ਤਾਂ ਬਹੁਤ ਜ਼ਿਆਦਾ ਹੈਗਾ ਜੀ, ਉਹਦੀ ਕੋਈ ਉਹ ਮਿਲ ਨਹੀਂ ਸਕਦੇ ਉਹਨੂੰ। ਅਤੇ ਜੇ ਦੇਖਿਆ ਜਾਏ ਤਾਂ ਮੇਰੀ ਸਿਹਤ ਦੇ ਉੱਪਰ ਸਟ੍ਰੋਕ ਦਾ ਕੀ ਅਸਰ ਹੁੰਦਾ ਹੈ। ਇਹ ਸਟ੍ਰੋਕ ਜਿਹੜੇ ਹੈਗੇ ਅਲੱਗ ਹੁੰਦੇ ਸਾਰੇ ਲੋਕਾਂ ਦੇ ਵਿੱਚ। ਹਰ ਇੱਕ ਮਰੀਜ਼ ਜਿਹੜਾ ਉਹ ਅਲੱਗ ਹੁੰਦਾ, ਵਿਲੱਖਣ ਹੁੰਦਾ। ਸਟ੍ਰੋਕ ਦੇ ਬਾਅਦ ਦੇ ਅਸਰ ਜਿਹੜੇ ਉਹ ਮਾਮੂਲੀ, ਦਰਮਿਆਨੇ ਤੋਂ ਲੈ ਕੇ ਗੰਭੀਰ ਵੀ ਹੋ ਸਕਦੇ ਹਨ। ਉਹ ਇਹ ਸਾਰੇ ਕਾਰਨਾਂ ਦੇ ਉੱਪਰ ਨਿਰਭਰ ਕਰਦਾ ਹੈ ਕਿ ਸਟ੍ਰੋਕ ਕਿਸ ਤਰ੍ਹਾਂ ਦਾ ਹੈਗਾ, ਕਿ ਇਸਕੀਮਿਕ ਹੈਗਾ ਜਿਹਦੇ ਵਿੱਚ ਕਲੌਟ ਜਿਹਾ ਬਣ ਜਾਂਦਾ ਹੈ, ਜਾਂ ਫਿਰ ਖੂਨ ਵਗਿਆ ਹੈਗਾ ਸਟ੍ਰੋਕ ਦੇ ਵਿੱਚ, ਜਾਂ ਕਿਹੜੀ ਸਾਈਡ ਦੇ ਉੱਪਰ ਦਿਮਾਗ ਦੇ ਕਿਹੜੇ ਸਾਈਡ 'ਤੇ ਖੱਬੇ ਜਾਂ ਸੱਜੇ ਪਾਸੇ ਸਟ੍ਰੋਕ ਹੋਇਆ। ਅਤੇ ਬਾਕੀ ਜਿਹੜਾ ਸਾਈਜ਼ ਹੈਗਾ ਸਟ੍ਰੋਕ ਦਾ, ਉਹ ਕਿੱਡਾ ਕੁ ਵੱਡਾ ਹੈਗਾ, ਦਿਮਾਗ ਦੇ ਵਿੱਚ ਕਿੰਨੀ ਜਗ੍ਹਾ ਨੇ ਘੇਰੀ ਹੈਗੀ, ਅਤੇ ਉਹਦੇ ਨਾਲ ਵੀ ਫਰਕ ਪੈਂਦਾ ਹੈ ਕਿ ਉਹ ਜਿਹੜੇ ਕਿਸ ਤਰ੍ਹਾਂ ਦੇ ਵੀ
ਚੀਜ਼ਾਂ ਜਿਹੜੀਆਂ ਉਹਦੇ ਵਿੱਚ ਸਰੀਰਕ ਤੌਰ 'ਤੇ ਤੁਹਾਡਾ ਫਰਕ ਪੈਂਦਾ, ਜਿੱਦਾਂ ਕਿ ਇਹ ਤੁਸੀਂ ਚਿੱਤਰ ਦੇ ਵਿੱਚ ਦੇਖ ਪਾ ਰਹੇ ਹੋ। ਜਿਵੇਂ ਤੁਸੀਂ ਪਿਕਚਰ ਵਿੱਚ ਦੇਖ ਪਾ ਰਹੇ ਹੋ, ਸੱਜੇ ਪਾਸੇ ਜਿੱਦਾਂ ਕਿ ਬੋਲਣ ਵਿੱਚ, ਲਿਖਣ ਵਿੱਚ ਜਾਂ ਕੁਝ ਸਮਝ ਵਿੱਚ ਕੋਈ ਮੁਸ਼ਕਿਲ ਆ ਸਕਦੀ ਹੈ ਇਹਦੇ ਬਾਅਦ। ਅਤੇ ਜੇ ਸੱਜੇ ਪਾਸੇ ਖੱਬੇ ਪਾਸੇ ਹੁੰਦਾ ਸਰੀਰ ਦੇ ਵਿੱਚ, ਅਤੇ ਸਰੀਰ ਵਿੱਚ ਖੱਬੇ ਪਾਸੇ ਇਹ ਅਸਰ ਹੋ ਸਕਦਾ ਹੈ ਕਿ ਤੁਹਾਨੂੰ ਪੜ੍ਹਨ ਵਿੱਚ ਜਾਂ ਸੁਣਨ ਵਿੱਚ ਜਾਂ ਹੋਰ ਕਿਸੇ ਓਰੀਐਂਟੇਸ਼ਨ ਦੇ ਵਿੱਚ ਕੋਈ ਮੁਸ਼ਕਿਲ ਆ ਸਕਦੀ, ਤੁਹਾਨੂੰ ਪਤਾ ਨਹੀਂ ਹੁੰਦਾ ਸੁਧ ਬੁੱਧ ਨਹੀਂ ਹੁੰਦੀ ਕਿੱਥੇ ਹੈਗੇ ਕਿੱਥੇ ਨਹੀਂ। ਅਤੇ ਸਟ੍ਰੋਕ ਦੇ ਵਿੱਚ ਇਸ ਤਰ੍ਹਾਂ ਦਾ ਵੀ ਫਰਕ ਪੈਂਦਾ ਹੈਗਾ ਕਿ ਤੁਹਾਨੂੰ ਕਿੰਨਾ ਸਮੇਂ ਜਿਹੜਾ ਦਿਮਾਗ ਨੂੰ ਉਹ ਖੂਨ ਦੀ ਜਿਹੜੀ ਉਹਨੂੰ ਸੰਚਾਰ ਨਹੀਂ ਹੋ ਪਾਇਆ ਉਹਦੇ ਵਿੱਚ, ਜਾਂ ਤੁਹਾਨੂੰ ਕਿੰਨਾ ਟਾਈਮ ਲੱਗਿਆ ਹਸਪਤਾਲ ਦੇ ਵਿੱਚ ਪਹੁੰਚਣ ਦੇ ਵਿੱਚ, ਅਤੇ ਤੁਹਾਡਾ ਕਿਸ ਤਰ੍ਹਾਂ ਦਾ ਇਲਾਜ ਹੋਇਆ ਹੈ, ਜਾਂ ਫਿਰ ਤੁਹਾਨੂੰ ਜੇ ਪਹਿਲੇ ਕੋਈ ਸਟ੍ਰੋਕ ਹੋ ਚੁੱਕਿਆ ਹੈ ਜਾਂ ਉਸ ਤਰ੍ਹਾਂ ਦੀ ਕੋਈ ਹਾਲਤ ਰਹਿ ਚੁੱਕੀ ਹੈ, ਅਤੇ ਉਹਦੇ ਵਿੱਚ ਇਹ ਚੀਜ਼ਾਂ ਵੀ ਅਸਰ ਪਾਉਂਦੀਆਂ ਨੇ। ਅਤੇ ਇਸ ਚੀਜ਼ 'ਤੇ ਵੀ ਫਰਕ ਪੈਂਦਾ ਕਿ ਨੁਕਸਾਨ ਕਿੰਨਾ ਵੱਡਾ ਅਤੇ ਕਿੱਥੇ ਹੋਇਆ ਹੈ। ਉਹਦੇ ਵਿੱਚ ਤਬਦੀਲੀਆਂ ਜਿਹੜੀਆਂ ਸਰੀਰ ਵਿੱਚ ਆਉਂਦੀਆਂ ਨੇ ਉਹ ਬਹੁਤ ਮਾਤਮਕ ਤੋਂ ਲੈ ਕੇ ਅਤੇ ਹਰ ਤਰ੍ਹਾਂ ਦੀ ਤਬਦੀਲੀਆਂ ਦਾ ਜੋੜ ਵੀ ਹੋ ਸਕਦਾ ਹੈ। ਪਹਿਲੀ ਤਬਦੀਲੀ ਜਿਹੜੀ ਹੋ ਸਕਦੀ ਹੈ ਉਹ ਤੁਹਾਡੀ ਆਪਸੀ ਗੱਲਬਾਤ ਦੇ ਵਿੱਚ ਕਮਿਊਨੀਕੇਸ਼ਨ ਜਿਹੜੀ ਹੈ ਕਿ ਤੁਹਾਨੂੰ ਆਪਣੇ ਆਪ ਨੂੰ ਦੱਸਣ ਦੇ ਵਿੱਚ, ਦੂਜਿਆਂ ਨੂੰ ਸਮਝਾਉਣ ਵਿੱਚ ਮੁਸ਼ਕਿਲਾਂ ਹੋ ਸਕਦੀਆਂ ਨੇ। ਤੁਹਾਨੂੰ ਆਪਣੀ ਗੱਲ ਸਮਝਾਉਣ ਵਿੱਚ, ਕਿਸੇ ਦੇ ਬੋਲਣ ਦੇ ਵਿੱਚ ਮੁਸ਼ਕਿਲ ਆ ਸਕਦੀ ਹੈ, ਜਾਂ ਬੋਧਾਤਮਕ ਜਿਹੜੀਆਂ ਚੀਜ਼ਾਂ ਹੈਗੀਆਂ, ਤੁਹਾਡੀ ਯਾਦਾਸ਼ਤ ਦੇ ਵਿੱਚ ਮੁਸ਼ਕਿਲ ਆ ਸਕਦੀ ਹੈ, ਥਕਾਵਟ ਹੋ ਸਕਦੀ ਹੈ, ਜਾਂ ਤੁਹਾਡੀਆਂ ਭਾਵਨਾਵਾਂ ਦੇ ਵਿੱਚ ਮਾੜੇ ਮੂਡ ਹੋ ਸਕਦਾ ਹੈ। ਡਿਪਰੈਸ਼ਨ ਨੂੰ ਕਾਬੂ ਕਰਨ ਵਿੱਚ ਮੁਸ਼ਕਿਲਾਂ ਹੋ ਸਕਦੀਆਂ ਨੇ। ਜਿਹੜੀ ਡਿਪਰੈਸ਼ਨ ਹੈਗੀ ਹੈ ਇਹ ਕਾਫੀ ਜ਼ਿਆਦਾ ਜਦੋਂ ਸਟ੍ਰੋਕ ਹੁੰਦਾ ਉਹਦੇ ਬਾਅਦ ਕਾਫੀ ਜ਼ਿਆਦਾ ਇਹ ਦੇਖੀ ਜਾਂਦੀ ਹੈ। 20 ਤੋਂ 25% ਲੋਕਾਂ ਦੇ ਵਿੱਚ ਇਹ ਚੀਜ਼ ਦੇਖੀ ਜਾਂਦੀ ਹੈ, ਜਿਹੜੀ ਕਿ 2 ਸਾਲ ਜਦੋਂ ਉਹ ਸਟ੍ਰੋਕ ਹੁੰਦਾ ਅਤੇ 2 ਸਾਲ ਦੇ ਵਿੱਚ ਇਹ ਮੁਸ਼ਕਿਲ ਆਉਂਦੀ ਹੈ। ਅਤੇ ਸਰੀਰਕ ਤੌਰ 'ਤੇ ਵੀ ਕਮਜ਼ੋਰੀ ਆ ਸਕਦੀ ਹੈ, ਸਰੀਰ ਦੇ ਵਿੱਚ ਕੋਈ ਮਾਸਪੇਸ਼ੀਆਂ ਦੇ ਵਿੱਚ ਸੁੱਕੜਨ ਅਤੇ ਆਕੜਾਹਟ ਆ ਸਕਦੀ ਹੈ। ਜਿਹੜੀਆਂ ਤਬਦੀਲੀਆਂ ਜਿਹੜੀਆਂ ਨਜ਼ਰ ਆਉਂਦੀਆਂ ਹੈਗੀਆਂ ਉਹ ਹੋ ਸਕਦੀਆਂ ਨੇ, ਜਿੱਦਾਂ ਕਿ ਫੀਲਡ ਇਫੈਕਟ ਹੁੰਦਾ, ਨਜ਼ਰ ਸੰਬੰਧੀ ਅਣਗਹਿਲੀਆਂ ਹੁੰਦੀਆਂ ਨੇ, ਅਤੇ ਕਈਆਂ ਦੇ ਕੇਸਿਸ ਦੇ ਵਿੱਚ ਜਿਹੜੇ ਹੈ ਕਿ ਉਹਨਾਂ ਨੂੰ ਲੈਟਰਿਨ ਜਾਂ ਪਿਸ਼ਾਬ ਦੇ ਵਿੱਚ ਵੀ ਮੁਸ਼ਕਿਲ ਆਉਂਦੀ ਹੈ ਜਿਹੜੇ ਲੋਕਾਂ ਨੂੰ। ਇਹ ਸਾਰੀਆਂ ਜਿਹੜੀਆਂ ਮੁਸ਼ਕਿਲਾਂ ਹੈਗੀਆਂ ਨੇ ਉਹ ਸਰੀਰਕ ਤੋਂ ਬੋਧਾਤਮਕ ਤੱਕ ਹੋ ਸਕਦੀਆਂ ਨੇ, ਜਾਂ ਦੋਨਾਂ ਚੀਜ਼ਾਂ ਦਾ ਇਕੱਠਾ ਵੀ ਹੋ ਸਕਦਾ ਹੈ ਇਹਨਾਂ ਕਈਆਂ ਵਿੱਚ। ਜਿਹੜਾ ਸਟ੍ਰੋਕ ਹੈਗਾ ਉਹਦਾ ਜਿਹੜਾ ਪ੍ਰਭਾਵ ਹੁੰਦਾ ਹੈ ਉਹ ਸਾਈਜ਼ ਦੇ ਨਾਲ ਹਿਸਾਬ ਨਾਲ ਹੁੰਦਾ ਹੈਗਾ। ਇਹ ਤੁਸੀਂ ਜਿਹੜੀ ਸਲਾਈਡ ਦੇਖ ਪਾ ਰਹੇ ਹੋ ਇਹ ਉਸੇ ਚੀਜ਼ ਦਾ ਇੰਗਲਿਸ਼ ਦੇ ਵਿੱਚ ਹੈ। ਅਤੇ ਜੇ ਆਪਾਂ ਸਿਹਤਯਾਬੀ ਦੀਆਂ ਸੱਚਾਈਆਂ ਦੇ ਬਾਰੇ ਗੱਲ ਕਰੀਏ, ਅਤੇ ਸਿਹਤਯਾਬੀ ਸਟ੍ਰੋਕ ਦੀ ਕਿਸਮ ਅਤੇ ਸਾਈਜ਼ ਦੇ ਉੱਪਰ, ਅਤੇ ਮਰੀਜ਼ ਦੇ ਸਟ੍ਰੋਕ ਜੇ ਪਹਿਲੇ ਹੋਇਆ ਜਾਂ ਮੌਜੂਦਾ ਮੈਡੀਕਲ ਜਾਂ ਸਰੀਰਕ ਜਾਂ ਬੋਧਾਤਮਕ ਹਾਲਤ ਜਿਹੜੀ ਹੈ ਉਹਨਾਂ ਸਾਰੀਆਂ ਚੀਜ਼ਾਂ ਦੇ ਉੱਪਰ ਨਿਰਭਰ ਕਰਦੀ ਹੈ। ਦਿਮਾਗ ਦੀ ਢਾਲਣ ਯੋਗਤਾ ਜਿਹੜੀ ਹੈਗੀ ਉਹ ਦਿਮਾਗ ਦੀ ਸਮੇਂ ਦੇ ਨਾਲ ਬਦਲਣ ਅਤੇ ਢਾਲਣ ਦੀ ਯੋਗਤਾ ਦੇ ਨਾਲ ਖਾਰਜ ਕਰਨ ਦੀ ਯੋਗਤਾ ਦੀ ਵਾਪਸੀ ਵਿੱਚ ਮਦਦ ਮਿਲਦੀ ਹੈ, ਕਿਉਂਕਿ ਬਾਕੀ ਬਚੇ ਹੋਏ ਨਿਊਰੋਨ ਜਿਹੜੇ ਆ ਉਹ ਨਵੇਂ ਸੰਪਰਕ ਬਣਾਉਂਦੇ ਨੇ ਅਤੇ ਦਿਮਾਗ ਦੇ ਬਾਕੀ ਹਿੱਸੇ ਗੁੰਮ ਹੋਈ ਕਾਰਜ ਯੋਗਤਾਵਾਂ ਨੂੰ ਆਪਣੇ ਕੰਟਰੋਲ ਵਿੱਚ ਲੈ ਲੈਂਦੇ ਨੇ। ਅਤੇ ਇਹ ਇੱਕ ਕੁਦਰਤੀ ਪ੍ਰਕਿਰਿਆ ਹੈ ਜਿਹੜੀ ਕਿ ਆਪਣੇ ਆਪ ਹੁੰਦੀ ਹੈ, ਉਹਦੇ 'ਚ ਤੁਹਾਡਾ ਕੋਈ ਕੰਟਰੋਲ ਨਹੀਂ ਹੁੰਦਾ ਜ਼ਿਆਦਾਤਰ। ਸਟ੍ਰੋਕ ਸੰਬੰਧੀ ਕੀ ਪ੍ਰਤੀਕਿਰਿਆਵਾਂ ਹੋ ਸਕਦੀਆਂ ਨੇ, ਉਹ ਸਮਾਜਿਕ ਔਡਰਾਪਨ ਹੋ ਸਕਦਾ ਹੈ, ਜਾਂ ਜਿਹਦੇ ਵਿੱਚ ਕਿ ਤੁਹਾਨੂੰ ਦੁੱਖ ਹੋ ਸਕਦਾ ਹੈ, ਗੁੱਸਾ ਆ ਸਕਦਾ ਹੈ, ਚਿੜਚਿੜਾਪਨ, ਡਿਪਰੈਸ਼ਨ, ਇਹ ਸਾਰੀਆਂ ਚੀਜ਼ਾਂ ਹੋ ਸਕਦੀਆਂ ਨੇ। ਅਵਿਸ਼ਵਾਸ ਹੋ ਸਕਦਾ ਹੈ, ਡਰ ਹੋ ਸਕਦਾ, ਕਿਸੇ ਤਰ੍ਹਾਂ ਦਾ ਬੇਚੈਨੀ ਹੋ ਸਕਦੀ ਹੈ। ਸਰੀਰਕ ਅਤੇ ਬੋਧਾਤਮਕ ਅਤੇ ਭਾਵਨਾਤਮਕ ਤਬਦੀਲੀਆਂ ਦੇ ਨਾਲ ਸਮਝੌਤਾ ਕਰਨ ਵਿੱਚ ਕਠਿਨਾਈ ਹੁੰਦੀ ਹੈ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਸਟ੍ਰੋਕ ਤੋਂ ਜਿਹੜੇ ਬਚੇ ਹੋਏ ਹੁੰਦੇ ਨੇ ਉਹਨਾਂ ਨਾਲ ਜਾਂ ਉਹਨਾਂ ਦੇ ਪਰਿਵਾਰਾਂ ਦੇ ਨਾਲ, ਅਤੇ ਜਿਹੜੇ ਉਹਨਾਂ ਦੀ ਦੇਖਭਾਲ ਕਰ ਰਹੇ ਹੁੰਦੇ, ਉਹਨਾਂ ਦਾ ਇਲਾਜ ਕਰ ਰਹੇ ਹੁੰਦੇ ਹਨ, ਉਹਨਾਂ ਸਾਰਿਆਂ ਦੇ ਨਾਲ ਇਹ ਸਭ ਚੀਜ਼ਾਂ ਹੋ ਸਕਦੀਆਂ ਨੇ। ਸਟ੍ਰੋਕ ਦੇ ਬਾਅਦ ਦੀ ਬਹਾਲੀ ਦੇ ਵਿੱਚ ਰੀਹੈਬਿਲਿਟੇਸ਼ਨ ਦੇ ਵਿੱਚ ਕੀ ਹੋ ਸਕਦਾ ਕਿ ਉਹ ਕਾਰਜਾਤਮਕ ਯੋਗਤਾਵਾਂ ਬਿਹਤਰ ਬਣਾਉਣ ਵਿੱਚ ਮਦਦ ਮਿਲ ਸਕਦੀ ਹੈ। ਸਰੀਰਕ ਜਿਹੜੀ ਬੋਧਾਤਮਕ ਅਤੇ ਭਾਵਨਾਤਮਕ ਮਿਹਨਤ ਵਿੱਚ ਵਾਧਾ ਕਰ ਸਕਦੇ ਹੋ, ਅਤੇ ਦੇਖਭਾਲ ਕਰਨ ਦੀ ਮਿਹਨਤ ਨੂੰ ਘੱਟ ਕਰਵਾ ਸਕਦੇ ਹੋ। ਜੀਵਨ ਦੀ ਕੁਆਲਿਟੀ ਨੂੰ ਤੁਸੀਂ ਬਿਹਤਰ ਬਣਾ ਸਕਦੇ ਹੋ। ਆਪਣਾ ਧਿਆਨ ਯੋਗਤਾਵਾਂ ਨੂੰ ਵਧਾਉਣ ਦੇ ਵੱਲ ਹੋਰ ਵੱਧ ਸਕਦਾ ਹੈ ਅਤੇ ਕੇਂਦਰਿਤ ਕਰ ਸਕਦੇ ਹੋ ਆਪਣੀਆਂ ਸਮਰਥਨਾ ਨੂੰ ਬਿਨਾਂ ਉਹਨਾਂ 'ਤੇ। ਇਹ ਰੋਗ ਦੇ ਪ੍ਰਬੰਧਨ ਦਾ ਇੱਕ ਅਟੁੱਟ ਹਿੱਸਾ ਹੈਗਾ ਜਿਹੜਾ ਕਿ ਸੋਧਨਯੋਗ ਸਟ੍ਰੋਕ ਜੋਖਮ ਕਾਰਕਾਂ ਨੂੰ ਘੱਟ ਕਰਨ ਵਿੱਚ ਮਦਦ ਮਿਲਦੀ ਹੈ, ਜਿਵੇਂ ਕਿ ਤੁਸੀਂ ਕਹਿ ਸਕਦੇ ਹੋ ਹਾਈਪਰਟੈਂਸ਼ਨ ਹੁੰਦੀ ਹੈ ਜਾਂ ਤੁਹਾਡਾ ਡਾਇਬਟਿਕ ਹੁੰਦੀ ਹੈ, ਉਹਨਾਂ ਚੀਜ਼ਾਂ ਦੇ ਉੱਪਰ ਜ਼ਿਆਦਾ ਅਸਰ ਹੁੰਦਾ, ਜ਼ਿਆਦਾ ਕੰਟਰੋਲ ਕਰ ਸਕਦੇ ਹੋ ਤੁਸੀਂ। ਅਤੇ ਕਾਰਜਾਤਮਕ ਟੀਚੇ ਜਿਹੜੇ ਉਹਨਾਂ ਨੂੰ ਬਿਹਤਰ ਬਣਾਉਣ ਦੇ ਵਿੱਚ ਵੀ ਮਦਦ ਮਿਲਦੀ ਹੈ।
ਬਾਕੀ ਜਿਹੜਾ ਰੀਹੈਬਲੀਟੇਸ਼ਨ ਜਿਹੜੀ ਹੈਗੀ ਇਹ ਇੱਕ ਲੰਬਾ ਪ੍ਰਕਿਰਿਆ ਹੈ। ਇਹ ਕਾਫੀ ਸਮੇਂ ਵੀ ਲੱਗ ਸਕਦਾ ਹੈ ਇਸ ਨੂੰ, ਅਤੇ ਤੁਸੀਂ ਇਹਦੇ 'ਚ ਅਲੱਗ-ਅਲੱਗ ਤਰ੍ਹਾਂ ਦੇ ਬੰਦੇ ਤੋਂ ਬੰਦੇ ਦੇ ਹਿਸਾਬ ਨਾਲ ਇਹਦਾ ਅਸਰ ਪੈਂਦਾ ਹੈਗਾ। ਇੱਕ ਮਤਲਬ ਕਿਸੇ ਵਿੱਚ ਜ਼ਿਆਦਾ ਵੀ ਲੱਗ ਸਕਦਾ, ਕਿਸੇ ਵਿੱਚ ਘੱਟ ਵੀ ਲੱਗ ਸਕਦਾ ਹੈ, ਅਤੇ ਰਿਕਵਰੀ ਜਿਹੜੀ ਹੈਗੀ ਉਹ ਕਾਫੀ ਮਹੀਨੇ ਤੋਂ ਲੈ ਕੇ ਸਾਲਾਂ ਤੱਕ ਵੀ ਲੱਗ ਸਕਦਾ ਹੈ। ਕਈ ਵਾਰ ਤੁਸੀਂ ਪੂਰੀ ਤਰ੍ਹਾਂ ਪਹਿਲੇ ਵਾਲੀ ਜਿਹੜੀ ਹਾਲਤ ਵਿੱਚ ਹੈਗੀ, ਜੋ ਸਟ੍ਰੋਕ ਤੋਂ ਪਹਿਲੇ ਸੀਗੀ, ਉਹਦੇ ਤੱਕ ਨਹੀਂ ਵੀ ਪਹੁੰਚਦੇ ਹੈਗੇ ਹੋ। ਅਤੇ ਸਾਡਾ ਮਤਲਬ ਮੇਨ ਟੀਚਾ ਇਹੀ ਹੁੰਦਾ ਕਿ ਤੁਹਾਡੀ ਜਿਹੜੀ ਹੋਣ ਦੀ ਯੋਗਤਾ ਹੈਗੀ ਉਹਦੇ ਵਿੱਚ ਵਾਧਾ ਕੀਤਾ ਜਾਵੇ, ਅਤੇ ਜਿਹੜੀ ਇਹ ਇਸ ਦੇ ਕਾਫੀ ਜ਼ਿਆਦਾ ਲੰਬਾ ਸਮੇਂ ਪ੍ਰੋਗਰੈਸ ਜਿਹੜੇ ਹੈਗੇ ਉਹਦੇ 'ਤੇ ਲੰਬੇ ਸਮੇਂ ਤੱਕ ਚੱਲਦੀ ਰਹਿੰਦੀ ਹੈ, ਹੌਲੀ ਹੌਲੀ ਹੁੰਦੀ ਹੈ, ਇਹਦੇ ਵਿੱਚ ਜਿਹੜਾ ਵਾਧਾ ਹੁੰਦਾ ਇੱਕਦਮ ਨਹੀਂ ਹੁੰਦਾ। ਕੁਛ ਮਰੀਜ਼ ਤੇ ਜਿੱਦਾਂ ਪਹਿਲੇ ਵਾਲੀ ਸਟ੍ਰੋਕ ਤੋਂ ਪਹਿਲੇ ਵਾਲੀ ਹਾਲਤ ਵਿੱਚ ਕਦੇ ਵੀ ਨਹੀਂ ਪਹੁੰਚ ਪਾਉਂਦੇ ਹੈਗੇ। ਇਹ ਜਿਹੜਾ ਚਿੱਤਰ ਹੈਗਾ ਇਹਨੂੰ ਮੈਂ ਬਹੁਤ ਜ਼ਿਆਦਾ ਪਸੰਦ ਕਰਦਾ ਹਾਂ। 2009 ਦੇ ਜਿਹੜੇ ਕੈਨੇਡੀਅਨ ਸਟ੍ਰੋਕ ਬੈਸਟ ਪ੍ਰੈਕਟਿਸ ਦੀ ਵੱਲੋਂ ਇੱਕ ਗਾਈਡਲਾਈਨ ਹੈਗੀ, ਉਹਦੇ ਵਿੱਚ ਦਰਸਾਇਆ ਗਿਆ ਹੈ। ਇਹਦੇ ਵਿੱਚ ਇਹ ਹੈ ਕਿ ਤੁਸੀਂ ਨਿਰੰਤਰ ਤੌਰ 'ਤੇ ਤੁਸੀਂ ਸਟ੍ਰੋਕ ਦੀ ਦੇਖਭਾਲ ਕਿਸ ਤਰ੍ਹਾਂ ਕਰ ਸਕਦੇ ਹੈਗੇ ਹੋ। ਤੁਸੀਂ ਉਹਦੇ ਵਿੱਚ ਆਪਣੇ ਜਿਹੜੇ ਸ਼ਮਤਾ ਹੈ ਉਹ ਕਿਸ ਤਰ੍ਹਾਂ ਵਧਾ ਸਕਦੇ ਹੋ ਆਪਣੇ ਕੰਮਕਾਜ ਕਰਨ ਦੀ, ਅਤੇ ਜਿਹੜੇ ਤੁਹਾਨੂੰ ਦੇਖਭਾਲ ਕਰ ਰਹੇ ਹਨ ਉਹ ਤਾਂ ਕਿ ਉਹ ਜ਼ਿਆਦਾ ਥਕਾਵਟ ਮਹਿਸੂਸ ਨਾ ਕਰਨ, ਜਾਂ ਫਿਰ ਉਹ ਬਿਲਕੁਲ ਟੁੱਟ ਕੇ ਨਾ ਪੈ ਜਾਣ ਕਿ ਤੁਹਾਡੀ ਦੇਖਭਾਲ ਕਰਦੇ ਹੋਏ। ਇਹਦੇ ਵਿੱਚ ਇਹ ਹੁੰਦਾ ਕਿ ਤੁਹਾਨੂੰ ਕਿਸ ਤਰ੍ਹਾਂ ਕਿ ਇਹਦੇ ਬਾਰੇ ਪਤਾ ਹੈਗਾ ਕਿ ਤੁਸੀਂ ਪਹਿਲੇ ਇਸ ਤੋਂ ਸਟ੍ਰੋਕ ਤੋਂ ਬਚਣ ਵਾਸਤੇ ਕੀ ਕਰ ਸਕਦੇ ਹੈਗੇ ਹੋ, ਜਾਂ ਫਿਰ ਸਟ੍ਰੋਕ ਤੋਂ ਬਾਅਦ ਤੁਸੀਂ ਜੇ ਹੁੰਦਾ ਤਾਂ ਉਹਦੇ ਵਿੱਚ ਤੁਸੀਂ ਕੀ ਕਰ ਸਕਦੇ ਹੋ, ਜਾਂ ਫਿਰ ਜੇ ਕੋਈ ਸਟ੍ਰੋਕ ਹੁੰਦਾ ਤਾਂ ਉਹਦੇ ਬਾਅਦ ਉਸ ਤੋਂ ਕਿਸ ਤਰ੍ਹਾਂ ਤੁਸੀਂ ਪਾਰ ਪਾ ਸਕਦੇ ਹੈਗੇ ਹੋ। ਅਤੇ ਦੂਸਰੇ ਤਰੀਕੇ ਨਾਲ ਇਹ ਹੈ ਕਿ ਤੁਸੀਂ ਜੇ ਕੁਝ ਥੋੜ੍ਹੇ ਤਰੀਕੇ ਦਾ ਸਟ੍ਰੋਕ ਹੁੰਦਾ ਤਾਂ ਉਹਨੂੰ ਮੈਨੇਜ ਕਿਸ ਤਰ੍ਹਾਂ ਕਰਨਾ ਹੈਗਾ ਤੁਸੀਂ, ਅਤੇ ਉਹਦੇ ਜਦੋਂ ਤੱਕ ਕਿ ਉਹ ਸਟ੍ਰੋਕ ਖਤਮ ਨਹੀਂ ਹੁੰਦਾ ਉਦੋਂ ਤੱਕ ਉਸ ਦੀ ਪੂਰੀ ਦੇਖਭਾਲ ਕਿਸ ਤਰ੍ਹਾਂ ਕਰਨੀ ਹੈ। ਅਤੇ ਕੈਨੇਡੀਅਨ ਗਾਈਡਲਾਈਨ ਜਿਹੜੀ 2019 ਦੀ ਹੈਗੀ ਉਹਦੇ ਵਿੱਚ ਕਾਫੀ ਤਰ੍ਹਾਂ ਦੇ ਸਬੂਤ ਪਾਏ ਗਏ ਹਨ ਕਿ ਜਿੰਨੇ ਵੀ ਪੇਸ਼ੈਂਟ ਜਿਹੜੇ ਹੈਗੇ ਉਹ ਹਸਪਤਾਲ ਦੇ ਵਿੱਚ ਜਿਹੜੇ ਦਾਖਲ ਹੁੰਦੇ ਨੇ ਇਸ ਤੀਬਰ ਸਟ੍ਰੋਕ ਦੇ ਨਾਲ, ਐਕਿਊਟ ਸਟ੍ਰੋਕ ਦੇ ਨਾਲ, ਉਹਨਾਂ ਸਾਰਿਆਂ ਦਾ ਸ਼ੁਰੂਆਤੀ ਮੁਲਾਂਕਣ ਜਿਹੜਾ ਚੰਗੀ ਤਰ੍ਹਾਂ ਅਸੈਸਮੈਂਟ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ ਕਿਸੇ ਵੀ ਇੱਕ ਪੇਸ਼ੇਵਾਰ ਵੱਲੋਂ ਬਹਾਲ ਜਿਹੜੀ ਕਹਿੰਦੇ ਨੇ, ਅਤੇ ਜਿੰਨੀ ਜਲਦੀ ਤੋਂ ਜਲਦੀ ਹੋ ਸਕੇ ਉਹ ਹੋਣੀ ਚਾਹੀਦੀ ਹੈ। ਇਹ ਜਿਹੜੀ ਕੋਰ ਟੀਮ ਹੈਗੀ ਉਹਦੇ ਵਿੱਚ ਜਿੱਦਾਂ ਡਾਕਟਰ ਹੋ ਸਕਦੇ ਨੇ, ਆਕੂਪੇਸ਼ਨਲ ਥੈਰੇਪਿਸਟ ਹੋ ਸਕਦੇ ਨੇ, ਫਿਜ਼ੀਓਥੈਰੇਪਿਸਟ ਹੋ ਸਕਦੇ ਨੇ, ਸੋਸ਼ਲ ਵਰਕਰ ਹੋ ਸਕਦੇ ਨੇ, ਡਾਇਟੀਸ਼ੀਅਨਸ ਹੋ ਸਕਦੇ, ਫਾਰਮਾਸਿਸਟ ਹੋ ਸਕਦੇ ਨੇ, ਅਤੇ ਨਾਲ ਦੀ ਨਾਲ ਤੁਹਾਡੇ ਪਰਿਵਾਰ ਅਤੇ ਮਰੀਜ਼ ਦਾ ਯੋਗਦਾਨ ਵੀ ਜ਼ਰੂਰੀ ਹੈ। ਇਹਨਾਂ ਸਾਰਿਆਂ ਦਾ ਇਕਜੁੱਟ ਹੋ ਕੇ ਸਾਥ ਜਿਹੜਾ ਹੈ ਉਹ ਬਹੁਤ ਜ਼ਰੂਰੀ ਹੈ ਇਹ ਆਪਣੀ ਇਸ ਪੂਰਨ ਬਹਾਲੀ ਨੂੰ ਜਿਹੜਾ ਰੀਹੈਬਲੀਟੇਸ਼ਨ ਦੀ ਵਿੱਚ। ਅਤੇ ਇਹ ਸਲਾਈਡ ਦੇ ਉੱਪਰ ਤੁਸੀਂ ਦੇਖ ਰਹੇ ਵੀ ਅਸੀਂ ਕਿਸ ਤਰ੍ਹਾਂ ਦੇ ਕੋਈ ਟੀਚੇ ਜਿਹੜੇ ਨਜਿੱਠੇ ਨੇ ਕਿ ਸਾਰਿਆਂ ਨੂੰ ਇਕਜੁੱਟ ਹੋ ਕੇ ਇੱਕ ਟੀਮ ਬਣਾ ਕੇ ਕੰਮ ਕਰਨ ਦੇ ਸਹਿਯੋਗ ਦੇ ਨਾਲ ਕੰਮ ਕਰਨਾ ਬਹੁਤ ਜ਼ਰੂਰੀ ਹੈ। ਇਹਦੇ ਵਿੱਚ ਜਿਹੜਾ ਮਰੀਜ਼ ਹੈਗਾ ਉਹ ਵਿੱਚ ਹੁੰਦਾ ਬਿਲਕੁਲ ਸੈਂਟਰ ਦੇ ਵਿੱਚ, ਅਤੇ ਬਾਕੀ ਉਹਦੇ ਆਲੇ ਦੁਆਲੇ ਟੀਮ ਜਿਹੜੀ ਹੈ ਉਹ ਕੰਮ ਕਰਦੀ ਹੈ, ਜਿਹੜੀ ਕਿ ਉਹਦੇ ਪੁਨਰ ਜਠਨ ਵਿੱਚ ਉਹਨੂੰ ਰੀਹੈਬਲੀਟੇਸ਼ਨ ਕਰਨ ਦੇ ਵਿੱਚ ਮਦਦ ਕਰਦੀ ਹੈ। ਸਾਨੂੰ ਉਹਦੇ ਵਿੱਚ ਇਸ ਚੀਜ਼ ਦਾ ਵੀ ਧਿਆਨ ਰੱਖਣਾ ਪਏਗਾ, ਜਾਂ ਉਹਨਾਂ ਦੀ ਮਰਿਆਦਾਵਾਂ ਦਾ ਜਿਹੜੇ ਉਹ ਬੋਲਣ ਦਾ ਉਹਨਾਂ ਦੀ ਸ਼ਮਤਾ ਹੈਗੀ ਹੈ, ਜਾਂ ਬੈੱਡ ਤੋਂ ਲੈ ਕੇ ਥੱਲੇ ਤੱਕ ਜਾਣਾ, ਜਾਂ ਉਹ ਕਿਸ ਤਰ੍ਹਾਂ ਚੱਲਦੇ ਫਿਰਦੇ ਨੇ ਜਾਂ ਕੀ ਕੰਮ ਕਰਦੇ ਨੇ, ਇਹ ਸਾਰੀ ਚੀਜ਼ਾਂ ਦਾ ਅਸੀਂ ਧਿਆਨ ਦਿੰਦੇ ਉਹਦੇ ਵਿੱਚ। ਜਿਹੜੇ ਟੀਚੇ ਅਸੀਂ ਬਣਾਉਂਦੇ ਹਾਂ ਉਹ ਵੀ ਸਾਡੇ ਹੋਣੇ ਚਾਹੀਦੇ ਆ ਕਿ ਜਿਹੜੇ ਕਿ ਹੋ ਸਕਣ, ਜਿਹੜੇ ਪੂਰੇ ਹੋ ਸਕਣ। ਜਿਸ ਤਰ੍ਹਾਂ ਕੋਈ ਜੇ ਅਸੀਂ ਗੋਲ ਬਣਾਉਂਦੇ ਹਾਂ ਤਾਂ ਕਿ ਉਹ ਸੰਭਾਲ ਕਰਨ ਵਾਲੇ ਜਾਂ ਮਰੀਜ਼ ਦੇ ਜਿਹੜੇ ਹੈ ਉਹ ਗੋਲ ਹੈ ਜਾਂ ਟੀਚੇ ਹੈ ਉਹ ਪੂਰੇ ਹੋਣ ਯੋਗ ਹੋਣ। ਕੈਨੇਡੀਅਨ ਗਾਈਡ ਜਿਹੜੀ ਹੈਗੀ ਉਹ ਇਹ ਵੀ ਦੱਸਦੀ ਹੈਗੀ ਕਿ ਜੇ ਸਟ੍ਰੋਕ ਤੋਂ ਬਾਅਦ ਜਿਹੜੇ ਬਹਾਲੀ ਦੇ ਲਗਾਤਾਰ ਜਿਹੜੇ ਜਾਰੀ ਰੱਖੇ ਟੀਚਿਆਂ ਵਾਲੇ ਲੋਕਾਂ ਨੂੰ ਵਿਸ਼ੇਸ਼ ਸਟ੍ਰੋਕ ਸੇਵਾਵਾਂ ਉਪਲਬਧ ਹੋਣ ਹਸਪਤਾਲ ਤੋਂ ਜਾਣ ਤੋਂ ਬਾਅਦ ਵੀ, ਉਸ ਦੇ ਵਿੱਚ ਇਹ ਸਾਰੀਆਂ ਫੈਸਿਲਿਟੀਆਂ ਜਿਹੜੀਆਂ ਸ਼ਾਮਲ ਹੁੰਦੀਆਂ, ਜਿਹੜੀਆਂ ਕਿ ਫੈਸਿਲਿਟੀ ਜਿਹੜੀਆਂ ਬਾਹਰੀ ਮਰੀਜ਼ ਸੇਵਾਵਾਂ ਜਾਂ ਘਰ ਦੇ ਅੰਦਰ ਦੀ ਬਹਾਲੀ ਦੀਆਂ ਸੇਵਾਵਾਂ ਸ਼ਾਮਲ ਹੋਣ। ਅਸੀਂ ਇਹਨਾਂ ਦੇ ਬਾਰੇ ਹੁਣ ਗੱਲ ਕਰਦੇ ਹਾਂ ਥੋੜ੍ਹਾ ਇਹਦੇ ਬਾਰੇ ਅੱਜ ਜ਼ਿਆਦਾ ਤੌਰ 'ਤੇ। ਅਤੇ ਕਦੋਂ ਤੁਸੀਂ ਤਿਆਰ ਹੁੰਦੇ ਹੋ ਬਹਾਲੀ ਲਈ, ਜਿਹੜੀ ਕਿ ਇਨ ਪੇਸ਼ੈਂਟ ਵਿੱਚ ਦਾਖਲ ਮਰੀਜ਼ਾਂ ਵਿੱਚ, ਜਾਂ ਫਿਰ ਤੁਸੀਂ ਬਾਹਰਲੇ ਮਰੀਜ਼ਾਂ ਵਾਸਤੇ? ਪਹਿਲੇ ਅਸੀਂ ਗੱਲ ਕਰਦੇ ਹਾਂ ਦਾਖਲ ਮਰੀਜ਼ਾਂ ਦੀ। ਇਹਦੇ ਵਿੱਚ ਕਾਫੀ ਚੀਜ਼ਾਂ ਹੋ ਸਕਦੀਆਂ ਨੇ ਜਿਹੜੀਆਂ ਕਿ ਬਹਾਲੀ ਲਈ ਹੋ ਸਕਦੀਆਂ, ਜਿੱਦਾਂ ਕਿ
ਖਿੱਚ ਪਾਉਣਾ ਆਪਣੇ ਅੰਗਾਂ ਨੂੰ, ਜਾਂ ਉਹਨਾਂ ਦੇ ਪੇਸ਼ੈਂਟ ਦੀ ਜਿਹੜੀ ਪੋਜੀਸ਼ਨ ਹੈਗੀ ਉਹਨਾਂ ਨੂੰ ਚੇਂਜ ਕਰਨਾ, ਜਾਂ ਅਸੈਸਮੈਂਟ ਕਰਨੀ ਹੈ ਜਿਹੜੇ ਕੋਈ ਚੀਜ਼ ਤੁਸੀਂ ਨਿਗਾਹ ਰਹੇ ਹੋ ਗਲੇ ਵਿੱਚੋਂ, ਉਹ ਸਾਰੀਆਂ ਚੀਜ਼ਾਂ ਵਿੱਚੋਂ। ਅਤੇ ਨਾਲ ਇਹਦੇ ਨਾਲ ਸ਼ੁਰੂ ਹੋ ਜਾਂਦਾ ਕਿ ਇਹ ਸਾਰਾ ਹੀ ਤੁਹਾਡੇ ਐਕਿਊਟ ਵਾਰਡ ਦੇ ਵਿੱਚ ਇਹ ਚੀਜ਼ਾਂ ਸਾਰੀਆਂ ਸ਼ੁਰੂ ਹੋ ਜਾਂਦੀਆਂ ਨੇ ਤੁਹਾਡੇ ਉੱਪਰ। ਇਹ ਜਿਹੜੇ ਦਾਖਲ ਮਰੀਜ਼ ਹੁੰਦੇ ਨੇ ਜਿਹਨਾਂ ਵਿੱਚ ਇਹ ਜਿਹੜਾ ਕਿ ਦਰਮਿਆਨੇ ਤੋਂ ਲੈ ਕੇ ਜ਼ਿਆਦਾਤਰ ਜਿਹਨਾਂ 'ਚ ਮੁਸ਼ਕਲਾਂ ਆ ਜਾਂਦੀਆਂ ਨੇ ਜਾਂ ਅਧਰੰਗ ਜਿਹਾ ਪੈ ਜਾਂਦਾ, ਉਹਨਾਂ ਵਿੱਚ ਇਹ ਜੇ ਕੋਈ ਉਹ ਮੈਡੀਕਲ ਤੌਰ 'ਤੇ ਬਿਲਕੁਲ ਠੀਕ ਠਾਕ ਹੈਗੇ ਨੇ, ਜਿਹੜੇ ਕਿ ਜਿਹਨਾਂ ਨੂੰ ਸਥਿਰ ਹੈਗੇ ਨੇ, ਜਿਹੜੇ ਕਿ ਸਟਰੋਕ ਦੇ ਬਾਅਦ ਜਿੱਦਾਂ ਕਿ ਉਹਨਾਂ ਵਿੱਚ ਕੁਛ ਤਰੀਕੇ ਨਾਲ ਅਸੀਂ ਮਾਪਦੇ ਹਾਂ ਕਿ ਉਹ ਘੱਟੋ ਘੱਟ 1 ਘੰਟਾ ਆਪਣੇ ਆਪ ਬੈਠ ਸਕਦੇ ਹੋਣ ਆਪਣੇ ਭਾਰ ਕਿਸੇ ਸਹਾਰੇ ਤੋਂ ਬਿਨਾਂ। ਉਹਨਾਂ ਵਿੱਚ ਇਹ ਕਿ ਨਾਲ ਘੱਟੋ ਘੱਟ ਉਹਨਾਂ ਦੇ 2 ਜਿਹੜੇ ਜਾਂ ਫਿਜ਼ੀਓਥੈਰੇਪਿਸਟ ਜਾਂ ਆਕੂਪੇਸ਼ਨਲ ਥੈਰੇਪਿਸਟ ਜਿਹੜੇ ਉਹਨਾਂ ਦੇ ਨਾਲ ਹੋਣ, ਅਤੇ ਉਹ ਘੱਟ ਤੋਂ ਘੱਟ 3 ਘੰਟੇ ਜਿਹੜੀ ਦੀ ਥੈਰੇਪੀ ਹਰ ਰੋਜ਼ ਜਾਂ ਹਫ਼ਤੇ ਦੇ ਵਿੱਚ 5 ਦਿਨ ਦੀ ਥੈਰੇਪੀ ਲੈਣ ਦੇ ਯੋਗ ਹੋਣ। ਇਹਦੇ ਨਾਲ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਜਿਹੜੇ ਯਥਾਰਥਵਾਦੀ ਜਿਹੜੇ ਬਿਲਕੁਲ ਹੋ ਪਾਉਣ ਵਾਲੇ ਟੀਚੇ ਜਿਹੜੇ ਉਹਨਾਂ ਨੂੰ ਅਸੀਂ ਰੱਖੀਏ, ਅਤੇ ਉਹਨਾਂ ਦੇ ਨਾਲ ਅਸੀਂ ਜਿਹੜੀ ਆਪਣੀ ਮੈਡੀਕਲ ਟੀਮ ਹੈ, ਬਹਾਲੀ ਟੀਮ ਹੈ, ਅਤੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਜੁੜ ਕੇ ਕੰਮ ਕਰੀਏ। ਇਹਦੇ ਨਾਲ ਸਰੀਰਕ ਯੋਗਤਾਵਾਂ ਜਿਵੇਂ ਕਿ ਹੱਥ ਖਿੱਚਣਾ ਜਾਂ ਪਕੜਨ ਦਾ ਅਭਿਆਸ ਕਰਨਾ, ਜਾਂ ਬੋਧਾਤਮਕ ਯੋਗਤਾਵਾਂ ਨੂੰ ਵਧਾਉਣਾ, ਜਿਵੇਂ ਯਾਦਾਸ਼ਤ ਅਤੇ ਸੋਚਣਾ, ਗੱਲਬਾਤ ਅਤੇ ਭਾਵਨਾਤਮਕ ਮੁੱਦੇ ਦੇ ਬਾਰੇ ਵਧਾਉਣਾ, ਉਹਨਾਂ ਵਿੱਚ ਸ਼ਮਤਾ ਨੂੰ, ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਮਦਦ ਮਿਲਦੀ ਹੈ। ਕੁਛ ਮਰੀਜ਼ ਜਿਹੜੇ ਹੈਗੇ ਹੈ ਉਹ ਹੋ ਸਕਦਾ ਹੈ ਕਿ ਉਹਨਾਂ ਵਿੱਚ ਪੂਰੇ ਲੱਛਣ ਇਸ ਤਰ੍ਹਾਂ ਦੇ ਹੋਣ ਕਿ ਉਹ ਸਮਰਥ ਹੋਣ ਆਪਣੀ ਰੀਹੈਬਲੀਟੇਸ਼ਨ ਜਾਂ ਬਹਾਲੀ ਦੇ ਲਈ, ਜਿਹਦੇ ਵਿੱਚ ਕਿ ਉਹਨਾਂ ਦੇ ਸਰੀਰਕ ਕੁਛ ਤੌਰ 'ਤੇ ਜਾਂ ਬੋਧਾਤਮਕ ਤੌਰ 'ਤੇ ਉਹਨਾਂ ਵਿੱਚ ਕੋਈ ਇਸ ਚੀਜ਼ ਦੇ ਵਿੱਚ ਹਿੱਸਾ ਲੈਣ ਦੇ ਵਿੱਚ ਅਸਮਰਥ ਹੋਣ। ਬਹਾਲੀ ਕਿਸ ਤਰ੍ਹਾਂ ਕੰਮ ਕਰਦੀ ਹੈ? ਉਹਦੇ ਵਿੱਚ ਇਹ ਕਿ ਨੁਕਸਾਨ ਵਾਲੇ ਜਗ੍ਹਾ 'ਤੇ ਜਿਹੜੀ ਕਾਰਜਾਤਮਕ ਯੋਗਤਾਵਾਂ ਦੀ ਨੁਕਸਾਨ ਹੁੰਦਾ, ਉਹਨਾਂ ਦੇ ਵਿੱਚ ਦਿਮਾਗ ਉਹਨਾਂ ਦੀ ਭਰਪਾਈ ਕਰ ਸਕਦਾ ਹੈ, ਅਤੇ ਇਸ ਲਈ ਉਸਨੂੰ ਖੁਦ ਹੀ ਉਹ ਆਪਣੇ ਆਪ ਪੁਨਰਗਠਿਤ ਕਰ ਲੈਂਦਾ ਹੈ ਅਤੇ ਨਵੇਂ ਸਿਰੇ ਤੋਂ ਜੋੜਦਾ ਹੈ, ਅਤੇ ਉਹਦੇ ਵਿੱਚ ਇਸ ਚੀਜ਼ ਨੂੰ ਨਿਊਰੋਪਲਾਸਟੀਸਿਟੀ ਕਹਿੰਦੇ ਆ, ਅਤੇ ਉਹਦੇ ਵਿੱਚ ਵੀ ਮਦਦ ਕਰਦੇ ਨੇ। ਅਤੇ ਉਹਦੇ ਵਿੱਚ ਟੀਚਾ ਇਹ ਹੁੰਦਾ ਹੈ ਕਿ ਬਹਾਲੀ ਦਾ ਕਿ ਅਸੀਂ ਤੁਹਾਡੀ ਮਦਦ ਕਰ ਸਕੀਏ ਕਿ ਤੁਹਾਨੂੰ ਪੂਰੀ ਤਰ੍ਹਾਂ ਜਿਹੜਾ ਕੰਮ ਕਾਜ ਕਰਨ ਦੇ ਵਿੱਚ ਤੁਹਾਡੀ ਵਾਧਾ ਹੋ ਸਕੇ ਉਸ ਦੀ ਸ਼ਮਤਾ ਦੇ ਵਿੱਚ, ਅਤੇ ਨਾਲ ਦੇ ਨਾਲ ਤੁਸੀਂ ਆਪਣੇ ਆਪ ਦੇ ਵਿੱਚ ਨਿਰਭਰ ਹੋ ਸਕੋ। ਜਿਹੜੀਆਂ ਕਿ ਤੁਸੀਂ ਕੰਮ ਕਰਦੇ ਹੈਗੇ, ਤੁਸੀਂ ਖਾਣਾ ਪੀਣਾ, ਨਹਾਉਣਾ ਧੋਣਾ ਜਾਂ ਟਾਇਲਟ ਦੀ ਕੋਈ ਚੀਜ਼ ਹੈਗੀ, ਅਤੇ ਬਿਲਕੁਲ ਆਤਮ ਨਿਰਭਰ ਹੋ ਕੇ ਪੂਰੀ ਤਰ੍ਹਾਂ ਸੁਰੱਖਿਆ ਦੇ ਨਾਲ ਤੁਸੀਂ ਘਰ ਜਾ ਸਕੋ। ਅਤੇ ਇਹਦੇ ਵਿੱਚ ਇਹ ਵੀ ਹੁੰਦਾ ਕਿ ਸਾਰੇ ਪੇਸ਼ੈਂਟ ਜ਼ਰੂਰੀ ਨਹੀਂ ਹੈ ਕਿ ਸਾਰੇ ਮਰੀਜ਼ ਜਿਹੜੇ ਕਿ ਉਹ ਸਿੱਧੇ ਇਹ ਐਕਿਊਟ ਕੇਅਰ ਤੋਂ ਕੰਮ ਕਰ ਜਾ ਸਕਣ। ਉਹਨਾਂ ਨੂੰ ਹੋ ਸਕਦਾ ਹੈ ਕਿ ਕਿਤੇ ਰੀਹੈਬ ਯੂਨਿਟ ਦੇ ਵਿੱਚ ਦਾਖਲ ਕੀਤਾ ਜਾਵੇ, ਉਹਦੇ ਬਾਅਦ ਫਿਰ ਘਰ ਭੇਜਿਆ ਜਾਵੇ, ਫਿਰ ਤੁਹਾਡੀ ਜਿਹੜੀ ਬਾਹਰ ਦੀ ਜਿਹੜੀ ਹੈਗੀ ਹੈ ਬਹਾਲੀ ਸ਼ੁਰੂ ਹੋਵੇਗੀ, ਰੀਹੈਬਲੀਟੇਸ਼ਨ। ਦੁਰਭਾਗਯਵੰਸ਼ ਕਈ ਮਰੀਜ਼ਾਂ ਦੇ ਵਿੱਚ ਇਹ ਚੀਜ਼ ਬਿਲਕੁਲ ਉਹ ਅਸਮਰਥ ਹੁੰਦੇ ਨੇ ਕਿ ਉਹ ਦਾਖਲ ਵੀ ਨਹੀਂ ਰਹਿ ਸਕਦੇ, ਅਤੇ ਬਾਹਰ ਵੀ ਉਹਨਾਂ ਦੀ ਰਹਿ ਕੇ ਰੀਹੈਬਲੀਟੇਸ਼ਨ ਜਾਂ ਬਹਾਲੀ ਨਹੀਂ ਕੀਤੀ ਜਾ ਸਕਦੀ, ਕਿਉਂਕਿ ਉਹਨਾਂ ਵਿੱਚ ਕਾਫੀ ਜ਼ਿਆਦਾ ਲੋੜ ਹੁੰਦੀ ਹੈ, ਉਹਨਾਂ ਦੀ ਹਾਲਤ ਜ਼ਿਆਦਾ ਖ਼ਰਾਬ ਹੁੰਦੀ ਹੈ, ਉਹ ਪੂਰੀ ਤਰ੍ਹਾਂ ਸਥਿਰ ਨਹੀਂ ਹੁੰਦੇ, ਅਤੇ ਉਹ ਇਸ ਤਰ੍ਹਾਂ ਦੇ ਇਹਨਾਂ ਚੀਜ਼ਾਂ ਦੇ ਵਿੱਚ ਭਾਗ ਨਹੀਂ ਲੈ ਸਕਦੇ ਸਰੀਰਕ ਤੌਰ 'ਤੇ ਜਾਂ ਮੈਡੀਕਲ ਤੌਰ 'ਤੇ, ਕਿਉਂਕਿ ਉਹਨਾਂ ਦੇ ਸਟਰੋਕ ਕਈਆਂ ਨੂੰ ਜ਼ਿਆਦਾ ਹੁੰਦਾ, ਕਈਆਂ ਨੂੰ ਘੱਟ ਹੁੰਦਾ। ਸੋ ਇਹ ਸਾਰਾ ਕੁਛ ਚੀਜ਼ਾਂ ਡਿਪੈਂਡ ਕਰਦੀਆਂ ਨੇ, ਅਤੇ ਉਹਨਾਂ ਵਿੱਚ ਦੇਖਣਾ ਪੈਂਦਾ ਕਿ ਉਹ ਚੈੱਕ ਕਰਨਾ ਪਏਗਾ ਕਿ ਕਦੋਂ ਉਹ ਤਿਆਰ ਹੋਣਗੇ ਇਸ ਚੀਜ਼ ਬਾਰੇ ਕਿ ਉਹ ਦੁਬਾਰਾ ਉਹਨਾਂ ਵਿੱਚ ਬਹਾਲੀ ਜਿਹੜੀ ਹੈ ਜਾਂ ਰੀਹੈਬਲੀਟੇਸ਼ਨ ਜਿਹੜੀ ਹੈ ਉਹ ਸ਼ੁਰੂ ਕੀਤੀ ਜਾ ਸਕਦੀ ਹੈ। ਅਤੇ ਕਈ ਮਰੀਜ਼ਾਂ ਵਿੱਚ ਤਾਂ ਬਿਲਕੁਲ ਵੀ ਇਹ ਜ਼ਿਆਦਾ ਹੋ ਹੀ ਨਹੀਂ ਸਕਦਾ ਸੰਭਵ, ਕਿ ਕਈਆਂ ਵਿੱਚ ਉਹਨਾਂ ਦੇ ਸਟਰੋਕ ਦੇ ਲੈਵਲ ਬਹੁਤ ਜ਼ਿਆਦਾ ਹੁੰਦਾ, ਕਾਫੀ ਵੱਡਾ ਸਟਰੋਕ ਹੋਇਆ ਹੁੰਦਾ, ਅਤੇ ਉਹਨਾਂ ਵਿੱਚ ਬਿਲਕੁਲ ਵੀ ਇਹ ਚੀਜ਼ ਦੀ ਸੰਭਾਵਨਾ ਹੀ ਨਹੀਂ ਹੁੰਦੀ। ਅਤੇ ਜੇ ਅਸੀਂ ਸਟਰੋਕ ਤੋਂ ਬਾਅਦ ਦੇ ਹੋਣ ਵਾਲੇ ਰੀਹੈਬਲੀਟੇਸ਼ਨ ਜਾਂ ਬਹਾਲੀ ਦੀ ਅਭਿਆਸ ਦੀ ਜਾਂ ਐਕਸਰਸਾਈਜ਼ ਦੀ ਗੱਲ ਕਰੀਏ, ਇਹ ਸਾਰੀ ਚੀਜ਼ਾਂ ਡਿਪੈਂਡ ਕਰਦੀਆਂ, ਕਾਫੀ ਚੀਜ਼ਾਂ ਜਿਹੜੀਆਂ ਰੀਹੈਬਲੀਟੇਸ਼ਨ ਹੈਗੀਆਂ ਉਹ ਇਹਨਾਂ ਚੀਜ਼ਾਂ 'ਤੇ ਕਿ ਤੁਹਾਡੇ ਦੌਰਾ ਕਿੱਡਾ ਕੁ ਵੱਡਾ ਪਿਆ ਹੈਗਾ, ਤੁਹਾਨੂੰ ਤੀਬਰਤਾ ਦਾ ਕਿੰਨਾ ਸਟਰੋਕ ਸੀਗਾ, ਅਤੇ ਤੁਹਾਡੇ ਦਿਮਾਗ ਦਾ ਕਿਹੜਾ ਹਿੱਸਾ ਜਿਹੜਾ ਉਹ ਪ੍ਰਭਾਵਿਤ ਹੋਇਆ ਸੀ, ਤੁਹਾਡੇ ਸਰੀਰ, ਦਿਮਾਗ ਅਤੇ ਭਾਵਨਾਵਾਂ 'ਤੇ ਸਟਰੋਕ ਦਾ ਕੀ ਪ੍ਰਭਾਵ ਪਿਆ, ਅਤੇ ਮੈਡੀਕਲੀ ਤੁਸੀਂ ਕਿੰਨੇ ਕੁ ਸਥਿਰ ਹੈਗੇ ਹੋ, ਅਤੇ ਤੁਹਾਡੀ ਰਿਕਵਰੀ ਜਿਹੜੀ ਹੈਗੀ ਉਹ ਸਰਗਰਮੀ ਦੇ ਨਾਲ ਹਿੱਸਾ ਲੈਣ ਦੇ ਵਿੱਚ ਤੁਸੀਂ ਸਮਰਥ ਹੈਗੇ ਹੋ ਕਿ ਨਹੀਂ, ਪਰਿਵਾਰ ਅਤੇ ਦੇਖਭਾਲ ਕਰਨ ਵਾਲਿਆਂ ਦੀ ਸਹਾਇਤਾ
ਦੀ ਪ੍ਰਣਾਲੀ ਕਿਸ ਤਰ੍ਹਾਂ ਦੀ ਹੈ ਅਤੇ ਜਾਂ ਮਰੀਜ਼ਾਂ ਅਤੇ ਡਾਕਟਰਾਂ ਦੇ ਵਿੱਚ ਮੁੜ ਵਸੇਬਾ ਟੀਮ ਜਿਹੜੀ ਵਿਚਕਾਰ ਪ੍ਰਾਪਤੀ ਯੋਗ ਦੀ ਟੀਚੇ ਜਿਹੜੇ ਨੇ ਉਹ ਰੀਅਲਿਸਟਿਕ ਯਥਾਰਥਵਾਦੀ ਹੈ ਨੇ ਕਿ ਨਹੀਂ। ਅਤੇ ਇਹ ਬਹੁਤ ਜ਼ਰੂਰੀ ਹੈ ਕਿ ਇਹ ਟੀਚੇ ਜਿਹੜੇ ਹੈਗੇ ਉਹਨਾਂ ਨੂੰ ਅਸੀਂ ਰੀਅਲਿਸਟਿਕ ਜਿਹੜਾ ਯਥਾਰਥਵਾਦੀ ਬਣਾਇਆ ਜਾਵੇ ਤਾਂ ਕਿ ਉਹ ਉਹਨਾਂ ਦੇ ਉੱਪਰ ਉਹਨਾਂ ਨੂੰ ਪਾਇਆ ਜਾ ਸਕੇ। ਉਹ ਜਿਹੜੀ ਇਹ ਐਕਸਰਸਾਈਜ਼ ਹੁੰਦੀਆਂ ਜਿਹੜੀਆਂ ਸਟਰੋਕ ਤੋਂ ਬਾਅਦ ਦੇ ਬਹਾਲੀ ਦੀਆਂ ਜਿਹੜੀਆਂ ਐਕਸਰਸਾਈਜ਼ ਨੇ ਇਹਨਾਂ ਵਿੱਚ ਬਹੁਤ ਜ਼ਰੂਰੀ ਹੈਗਾ ਕਿ ਤੁਸੀਂ ਬਲੱਡ ਪ੍ਰੈਸ਼ਰ ਜਿਹੜੀ ਹੈ ਕੋਲੈਸਟਰੋਲ ਜਾਂ ਡਾਇਬਟੀਜ਼ ਦੇ ਉੱਪਰ ਜਿਹੜਾ ਹੈ ਕੰਟਰੋਲ ਹੋਣਾ ਚਾਹੀਦਾ। ਉਹਦੇ ਉੱਪਰ ਜਿਹੜੇ ਤਾਕਤਵਰ ਬਣਾਉਣ ਦੀਆਂ ਜਿਹੜੀਆਂ ਕਸਰਤਾਂ ਨੇ ਉਹ ਵੀ ਤੁਹਾਡੇ ਜਿਹੜੇ ਮਸਲਸ ਜਿਹੜੇ ਹੈਗੇ ਉਹਦਾ ਭਾਰ ਘਟਵਾ ਸਕਦੀਆਂ ਨੇ ਜਾਂ ਮਸਲ ਤੁਹਾਡੇ ਘਟ ਸਕਦੇ ਨੇ। ਅਤੇ ਸਟਰੈਚ ਕਰਨ ਦੇ ਨਾਲ ਤੁਹਾਡੇ ਸਰੀਰ ਦੇ ਵਿੱਚ ਖਿਚਾਵ ਜਿਹੜੀ ਉਹਦੇ ਵਿੱਚ ਵੀ ਵਾਧਾ ਹੋ ਸਕਦਾ ਹੈ, ਜਿਹੜਾ ਕਿ ਲਗਭਗ 30% ਲੋਕਾਂ ਦੇ ਵਿੱਚ ਜਿਹੜੇ ਸਟਰੋਕ ਦੇ ਜਿਹਨਾਂ ਨੂੰ ਸਟਰੋਕ ਹੁੰਦਾ ਉਹਦੇ ਬਾਅਦ ਉਹਨਾਂ ਦੇ ਵਿੱਚ ਦੇਖਿਆ ਜਾਂਦਾ ਹੈ। ਅਤੇ ਸਟਰੈਚਿੰਗ ਅਤੇ ਐਕਸਰਸਾਈਜ਼ ਕਰਨ ਦੇ ਨਾਲ ਤੁਹਾਡੇ ਜਿਹੜੇ ਹੈਗੇ ਆ ਫੰਕਸ਼ਨਸ ਜਿਹੜੇ ਆ ਤੁਹਾਡੇ ਕੰਮ ਕਰਨ ਦੀ ਸ਼ਮਤਾ ਜਿਹੜੀ ਉਹ ਵੱਧ ਸਕਦੀ ਹੈ ਅਤੇ ਤੁਹਾਡੀ ਦਰਦ ਜਿਹੜੀ ਉਹ ਘੱਟ ਸਕਦੀ ਹੈ। ਅਤੇ ਤੁਹਾਡੇ ਦਿਮਾਗ ਨੂੰ ਇਸ ਦੇ ਵਿੱਚ ਪੂਰੀ ਤਰ੍ਹਾਂ ਆਦੀ ਕਰਨ ਦੇ ਲਈ ਅਸੀਂ ਤੁਹਾਨੂੰ ਚਾਹੀਦਾ ਕਿ ਲਗਾਤਾਰ ਅਤੇ ਰੋਜ਼ ਕੁਝ ਸਮੇਂ ਦੇ ਵਿੱਚ ਉਸ ਸਮੇਂ ਦੇ ਵਿੱਚ ਤੁਸੀਂ ਐਕਸਰਸਾਈਜ਼ ਅਤੇ ਸਟਰੈਚਿੰਗ ਕਰੋ ਤਾਂ ਕਿ ਉਹ ਨਿਊਰੋਪਲਾਸਟਿਸਿਟੀ ਦੇ ਵਿੱਚ ਉਸ ਦੇ ਵਿੱਚ ਤੁਹਾਡੇ ਦਿਮਾਗ ਨੂੰ ਮਦਦ ਮਿਲ ਸਕੇ। ਜਿਹੜੀਆਂ ਐਕਸਰਸਾਈਜ਼ ਇਹ ਕਿਸੇ ਤਰ੍ਹਾਂ ਵੀ ਹੋ ਸਕਦੀਆਂ ਨੇ ਜੇ ਤੁਸੀਂ ਦਾਖਲ ਹੈਗੇ ਹਸਪਤਾਲ ਦੇ ਵਿੱਚ ਜਾਂ ਤੁਸੀਂ ਬਾਹਰ ਜਾਂ ਤੁਸੀਂ ਘਰ ਦੇ ਵਿੱਚ ਵੀ ਆਪਣੀਆਂ ਇਹ ਸਾਰੀਆਂ ਐਕਸਰਸਾਈਜ਼ ਕਰ ਸਕਦੇ ਹੈਗੇ ਹੋ। ਜਿਹੜੇ ਤੁਸੀਂ ਮਸਲ ਜਿਹੜੇ ਸਟਰੋਕ ਤੋਂ ਬਾਅਦ ਜਿਹੜੇ ਉਹ ਅਕੜ ਜਾਂਦੇ ਨੇ ਉਹਨਾਂ ਨੂੰ ਤੁਸੀਂ ਸਟਰੈਚ ਕਰਕੇ ਤੁਸੀਂ ਉਹਨਾਂ ਨੂੰ ਠੀਕ ਕਰ ਸਕਦੇ ਹੋ। ਇਲਾਸਟਿਕ ਬੈਂਡ ਦੇ ਨਾਲ ਤੁਸੀਂ ਆਪਣੇ ਮਸਲਸ ਨੂੰ ਸਟਰੋਂਗ ਅਤੇ ਤਾਕਤਵਰ ਬਣਾ ਸਕਦੇ ਹੋ ਅਤੇ ਤੁਸੀਂ ਆਪਣੇ ਚੱਲ ਪਾਉਣ ਦੀ ਸ਼ਮਤਾ ਨੂੰ ਵੀ ਵਧਾ ਸਕਦੇ ਹੋ। ਅਤੇ ਤੁਸੀਂ ਸੋਟੀ ਲੈ ਕੇ ਚੱਲ ਸਕਦੇ ਹੋ ਜਾਂ ਵੀਲ ਚੇਅਰ ਦੇ ਨਾਲ ਉਹਦੇ ਉੱਪਰ ਬੈਠ ਕੇ ਵੀ ਥੋੜ੍ਹਾ ਚੱਲ ਸਕਦੇ ਹੋ। ਅਤੇ ਨਾਲ ਤੁਸੀਂ ਜਿਹੜਾ ਪਾਸਾ ਤੁਹਾਡਾ ਠੀਕ ਹੈ ਉਹਦੀ ਸਾਈਡ 'ਤੇ ਐਕਸਰਸਾਈਜ਼ ਕਰਨ ਦੇ ਨਾਲ ਦੂਜੇ ਜਿਹੜਾ ਜਿੱਥੇ ਪਾਸਾ ਜਿਹੜਾ ਤੁਹਾਡਾ ਅਧਰੰਗ ਪਿਆ ਹੈ ਜਾਂ ਖਰਾਬ ਹੈ ਜਿਹੜਾ ਪਾਸਾ ਠੀਕ ਨਹੀਂ ਹੈ ਉਹਦੇ ਵਿੱਚ ਵੀ ਤੁਸੀਂ ਬਦਲਾਵ ਲਿਆ ਸਕਦੇ ਹੋ। ਤੁਸੀਂ ਆਪਣੇ ਦਿਮਾਗ ਨੂੰ ਉਸ ਤਰ੍ਹਾਂ ਟ੍ਰੇਨ ਕਰ ਸਕਦੇ ਹੋ ਕਿ ਇੱਕ ਪਾਸਾ ਜੇ ਠੀਕ ਚੱਲ ਰਿਹਾ ਤਾਂ ਦੂਸਰਾ ਵੀ ਹੌਲੀ ਹੌਲੀ ਹੋ ਜਾਏਗਾ। ਤੁਸੀਂ ਕੁਝ ਟੈਕਨੋਲੋਜੀ ਦੀ ਵੀ ਮਦਦ ਲੈ ਸਕਦੇ ਹੋ। ਫੋਨ ਦੇ ਉੱਪਰ ਕੁਝ ਇਸ ਤਰ੍ਹਾਂ ਦੇ ਪ੍ਰੋਗਰਾਮ ਹੁੰਦੇ ਜਿਨ੍ਹਾਂ ਵਿੱਚ ਤੁਸੀਂ ਆਪਣਾ ਭਾਗ ਲੈ ਸਕਦੇ ਹੋ ਅਤੇ ਉਹ ਤੁਹਾਡੀ ਸਾਰੀ ਜਿੰਨੀ ਵੀ ਜੋ ਵੀ ਤੁਹਾਡੇ ਵਿੱਚ ਬਦਲਾਵ ਆ ਰਹੇ ਨੇ ਉਹ ਤੁਸੀਂ ਉਹਦੇ ਵਿੱਚ ਰਿਕਾਰਡ ਰੱਖ ਸਕਦੇ ਹੋ, ਦੇਖ ਸਕਦੇ ਹੋ ਕਿਸ ਤਰ੍ਹਾਂ ਹੋ ਰਿਹਾ। ਨਾਲ ਦੀ ਨਾਲ ਤੁਸੀਂ ਇਸ ਤਰ੍ਹਾਂ ਦੀ ਕੁਝ ਐਕਸਰਸਾਈਜ਼ ਕਰ ਸਕਦੇ ਹੋ ਜਿਹੜੀ ਕਿ ਫੋਟੋ ਦੇ ਵਿੱਚ ਦਿਖ ਰਹੀ ਹੈ, ਜਿਹੜੀ ਕਿ ਤੁਸੀਂ ਬਾਲ ਜਾਂ ਪੱਟੀ ਦੇ ਨਾਲ ਜਿਹੜੀ ਕਿ ਤੁਸੀਂ ਆਪਣੇ ਹੱਥ ਨੂੰ ਕਿਸ ਤਰ੍ਹਾਂ ਤੁਸੀਂ ਗ੍ਰਿਪ ਬਣਾਉਣੀ ਹੈ ਜਾਂ ਉਸ ਨੂੰ ਕਿਸ ਤਰ੍ਹਾਂ ਸਟਰੋਂਗ ਬਣਾਉਣਾ, ਤਾਕਤਵਰ ਬਣਾਉਣਾ, ਤੁਸੀਂ ਇਹ ਸਾਰੀਆਂ ਐਕਸਰਸਾਈਜ਼ ਵੀ ਕਰ ਸਕਦੇ ਹੋ। ਅਤੇ ਨਾਲ ਦੇ ਨਾਲ ਵੇਟ ਦੀ ਵੀ ਟ੍ਰੇਨਿੰਗ ਕਰ ਸਕਦੇ ਹੋ। ਭਾਰ ਚੁੱਕਣ ਦੀ ਵੀ ਤੁਸੀਂ ਘਰ ਦੇ ਵਿੱਚ ਜਾਂ ਹਸਪਤਾਲ ਦੇ ਵਿੱਚ ਜਾਂ ਤੁਸੀਂ ਆਊਟ ਪੇਸ਼ੈਂਟ ਤੁਸੀਂ ਜੇ ਬਾਹਰੀ ਮਰੀਜ਼ ਦੇ ਹਿਸਾਬ ਨਾਲ ਤੁਸੀਂ ਹਸਪਤਾਲ ਜਾਂਦੇ ਹੋ ਇਹ ਸਾਰੀਆਂ ਐਕਸਰਸਾਈਜ਼ਾਂ ਤੁਸੀਂ ਉੱਥੇ ਕਰ ਸਕਦੇ ਹੋ। ਅਤੇ ਬਾਹਰੀ ਮਰੀਜ਼ ਦੇ ਹਿਸਾਬ ਨਾਲ ਜਿਹੜਾ ਪੁਨਰਵਾਸ ਹੁੰਦਾ ਜਾਂ ਬਹਾਲੀ ਹੁੰਦੀ ਹੈ ਉਹਦੇ ਵਿੱਚ ਤੁਸੀਂ ਇੱਕ ਪ੍ਰੋਗਰਾਮ ਹੈਗਾ ਕਮਿਊਨਿਟੀ ਰੀਹੈਬ ਅਰਲੀ ਡਿਸਚਾਰਜ ਇਨੀਸ਼ੀਏਟਿਵ ਪ੍ਰੋਗਰਾਮ ਜਿਹੜਾ ਉਹ ਰੈਡੀ ਵੀ ਕਹਿੰਦੇ ਹੈਗੇ ਉਹਨੂੰ, ਉਹ ਵੀ ਪ੍ਰੋਗਰਾਮ ਜਿਹੜਾ ਹੈ ਉਪਲਬਧ ਹੈਗਾ ਹਸਪਤਾਲਾਂ ਦੇ ਨਾਲ ਜੁੜਿਆ ਹੋਇਆ ਜਿਹੜਾ ਕਿ 6 ਫਰੇਜ਼ਰ ਹੈਲਥ ਕਮਿਊਨਿਟੀ ਦੇ ਉੱਪਰ ਹੈ। ਅਤੇ ਉਹਦੇ ਨਾਲ ਉਸ ਦੇ ਅੰਤਰਗਤ ਹੀ ਇੱਕ ਟਾਈਮ ਐਕਸਰਸਾਈਜ਼ ਪ੍ਰੋਗਰਾਮ ਵੀ ਹੈਗਾ ਜਿਹੜਾ ਕਿ ਟੂਗੈਦਰ ਇਨ ਮੂਵਮੈਂਟ ਜਿਹੜਾ ਕਿ ਇਕੱਠੇ ਰਹਿ ਕੇ ਨਾਲ ਤੁਸੀਂ ਇਹ ਪ੍ਰੋਗਰਾਮ ਹੈ ਜਿਹੜਾ ਕਿ ਇਹ ਕਮਿਊਨਿਟੀ ਦੇ ਵਿੱਚ ਗਤੀਸ਼ੀਲਤਾ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦਾ ਹੈ। ਅਤੇ ਇਹਦੇ ਵਿੱਚ ਤੁਹਾਡੀ ਇਹ ਸ਼ਮਤਾ ਹੋਣੀ ਚਾਹੀਦੀ ਹੈ ਕਿ ਤੁਸੀਂ ਸੋਟੀ ਦੇ ਨਾਲ ਘੱਟ ਤੋਂ ਘੱਟ 10 ਮੀਟਰ ਤੱਕ ਪੈਦਲ ਚੱਲ ਸਕੋ। ਅਤੇ ਜੇ ਤੁਸੀਂ ਇਹਦੇ ਬਾਰੇ ਕੋਈ ਹੋਰ ਜਾਣਕਾਰੀ ਚਾਹੀਦੀ ਹੈ ਤਾਂ ਤੁਸੀਂ ਇਸ ਵੈਬਸਾਈਟ ਦੇ ਉੱਪਰ ਜਾ ਸਕਦੇ ਹੋ ਜਿਹੜੀ ਕਿ ਇੱਥੇ ਦਿਖਾਈ ਗਈ ਹੈ। ਅਤੇ ਇੱਥੇ ਤੁਸੀਂ ਉਹੀ ਵੈਬਸਾਈਟ ਦੇਖ ਪਾ ਰਹੇ ਹੋ ਅਗਲੀ ਸਲਾਈਡ ਦੇ ਵਿੱਚ ਉਸ ਵੈਬਸਾਈਟ ਦੇ ਬਾਰੇ। ਉਸ ਤਰ੍ਹਾਂ ਦਾ ਇੱਕ ਪ੍ਰੋਗਰਾਮ ਜਿਹੜਾ ਹੈਗਾ ਵੈਂਕੂਵਰ ਓਕਨਾਗਨ ਦੇ ਵਿੱਚ ਜਿਹੜਾ ਕਿ ਇਸ ਪ੍ਰੋਗਰਾਮ ਨੂੰ ਫੇਮ ਪ੍ਰੋਗਰਾਮ ਕਿਹਾ ਜਾਂਦਾ ਹੈ। ਅਤੇ ਫੇਮ ਤੋਂ ਭਾਵ ਹੈ ਫਿਟਨੈਸ ਅਤੇ ਮੋਬਿਲਿਟੀ ਦੀ ਐਕਸਰਸਾਈਜ਼ਸ ਜਿਹੜੀਆਂ ਕਿ ਵੈਂਕੂਵਰ ਓਕਨਾਗਨ ਅਤੇ ਸਕੁਐਮਿਸ਼ ਦੇ ਵਿੱਚ ਹੈ। ਅਤੇ ਇਹ ਇੱਕ ਸਮੂਹ ਕਸਰਤ ਪ੍ਰੋਗਰਾਮ ਵਿੱਚ ਹੈਗਾ ਜਿਹੜਾ ਕਿ ਸਟਰੋਕ ਨਾਲ ਰਹਿ ਰਹੇ ਲੋਕਾਂ ਦੇ ਉੱਪਰ ਤਿਆਰ ਕੀਤਾ ਗਿਆ ਹੈ ਜਿਨ੍ਹਾਂ ਵਿੱਚ ਕੁਝ ਖੜ੍ਹੇ ਹੋਣ ਜਾਂ ਚੱਲਣ ਦੀ ਥੋੜ੍ਹੀ ਬਹੁਤ ਸਮਰੱਥਾ ਹੁੰਦੀ ਹੈ ਉਹਨਾਂ ਉੱਪਰ ਇਹ ਪ੍ਰੋਗਰਾਮ ਚਲਾਇਆ ਜਾਂਦਾ ਹੈ। ਇਹ ਫੇਮ ਪ੍ਰੋਗਰਾਮ ਜਿਹੜਾ ਹੈ ਇਹ ਤਿਆਰ ਕੀਤਾ ਗਿਆ ਹੈ ਕਿ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਨੂੰ ਕਿ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਹੈ ਜਿਹੜੇ ਕਿ ਇਸ ਪ੍ਰੋਗਰਾਮ ਦੇ ਵਿੱਚ ਪ੍ਰਭਾਵੀ ਤੌਰ 'ਤੇ ਕਸਰਤ ਕਰਦੇ ਨੇ ਅਤੇ ਜਿਹਨਾਂ ਦੇ ਵਿੱਚ ਕੋਈ ਫਿਟਨੈਸ ਦੀ ਜਾਂ ਪੀਪਲ ਜਿਹਨਾਂ ਨੂੰ ਲੋਕੀ ਜਿਹੜੇ ਹੈਗੇ ਜਿਹਨਾਂ ਨੂੰ ਸਟਰੋਕ ਹੋਇਆ ਹੁੰਦਾ ਜਿਹੜੇ ਕਿ ਜ਼ਿਆਦਾ ਉਮਰ ਦੇ ਹੁੰਦੇ, ਵੱਡੀ ਉਮਰ ਦੇ ਹੁੰਦੇ ਹਨ ਜਾਂ ਕਿ ਪੂਰੀ ਤਰ੍ਹਾਂ ਫਿੱਟ ਨਹੀਂ ਹੁੰਦੇ ਅਤੇ ਡਿੱਗਣ ਦੇ ਲਈ ਜ਼ਿਆਦਾ ਉਹ
ज़्यादा वो डिग सकते होंगे किसी ਵੇਲੇ भी उन्होंने उपर यह प्रोग्राम तैयार किया गया एक ग्रुप एक्सरसाइज होंगे समूह तौर पर फेम जो प्रोग्राम है उन्होंने वास्ते चलाया जाता है कि जोड़ा कि कम्यूनिटी के या हॉस्पिटल सैटिंग लागू किया जा सकता है जिहदे बारे तुसीं जाना चाहते हो ज़्यादा तो तुसीं ये वैबसाइट हैगी है fameexercise.com ਉਹਦੇ ਉੱਪਰ जा सकते हो। ये अगली स्लाइड ਦੇ ਵਿੱਚ ਉਸੇ ਵੈਬਸਾਈਟ ਦਿਖਾਈ ਗਈ ਹੈ ਉਸ ਫੇਮ ਪ੍ਰੋਗਰਾਮ ਦੀ ਤੇ ਗੇਮ ਬੇਸਡ ਪ੍ਰੋਗਰਾਮ ਹੈਗੇ ਜਿਹੜੇ ਕਿ ਤੁਸੀਂ ਘਰ ਦੇ ਵਿੱਚ ਜਾਂ ਆਊਟਪੇਸ਼ੈਂਟ ਪ੍ਰੋਗਰਾਮ ਦੇ ਤਹਿਤ ਤੁਸੀਂ ਕਰ ਸਕਦੇ ਹੋਗੇ ਜਿਹਦੇ ਵਿੱਚ ਕਿ ਹੌਲੀ ਹੌਲੀ ਜਿਹੜੀ ਕੀਤੀਆਂ ਜਾਣ ਵਾਲੀਆਂ ਸਟ੍ਰੈਚਿਸ ਹੁੰਦੀਆਂ ਜਿਹੜੀਆਂ ਜਾਂ ਸਟਰੈਂਥਨਿੰਗ ਹੁੰਦੀ ਹੈ ਜਾਂ ਆਪਣੀ ਤੁਸੀਂ ਆਪਣੇ ਉੱਪਰ ਵਾਲੀਆਂ ਜਾਂ ਬਾਹਾਂ ਨੂੰ ਜਾਂ ਲੱਤਾਂ ਨੂੰ ਖਿੱਚ ਪਾਉਣੀ ਜਾਂ ਉਹਨਾਂ ਦੇ ਵਿੱਚ ਤਾਕਤ ਵਧਾਉਣੀ ਜਾਂ ਤੁਸੀਂ ਬੋਧਾਤਮਕ ਖੇਡਾਂ ਖੇਡ ਸਕਦੇ ਹੈਗੇ ਹੋ ਉਹਦੇ ਨਾਲ ਜਾਂ ਤੁਸੀਂ ਆਪਣੇ ਘਰਦਿਆਂ ਦੇ ਨਾਲ ਗੱਲਬਾਤ ਕਰ ਸਕਦੇ ਹੋ ਜਿਹਦੇ ਨਾਲ ਕਿ ਤੁਹਾਡੀ ਜਿਹੜੀ ਇਹ ਬੋਲਣ ਦੀ ਸ਼ਮਤਾ ਜਿਹੜੀ ਹੈ ਉਹਦੇ ਵਿੱਚ ਸੁਧਾਰ ਆਉਂਦਾ ਹੈ ਅਤੇ ਉਸ ਚੀਜ਼ ਨੂੰ ਵੀ ਤੁਸੀਂ ਉਤਸ਼ਾਹਿਤ ਕਰ ਸਕਦੇ ਹੈਗੇ ਹੋ। ਇਹ ਬਹੁਤ ਜ਼ਰੂਰੀ ਹੈਗਾ ਕਿ ਤੁਸੀਂ ਐਕਸਰਸਾਈਜ਼ ਜਿਹੜੀਆਂ ਹੈਗੀਆਂ ਉਹ ਬੈੱਡ 'ਤੇ ਚਾਹੇ ਵੀਲ ਚੇਅਰ 'ਤੇ ਬੈਠੇ ਹੀ ਕਰਦੇ ਰਹੋ ਚਾਹੇ ਤੁਸੀਂ ਉਹ ਖੜ੍ਹੇ ਹੋਣ 'ਚ ਜਾਂ ਤੁਰਨ ਵਿੱਚ ਜੇ ਸક્ષਮ ਨਹੀਂ ਹੈਗੇ ਤਾਂ ਵੀ ਤੁਸੀਂ ਬੈਠੇ ਹੋਏ ਜਾਂ ਤੁਸੀਂ ਲੇਟੇ ਹੋਏ ਵੀ ਐਕਸਰਸਾਈਜ਼ ਕਰ ਸਕਦੇ ਹੋ। ਅਤੇ ਜਿਹੜਾ ਕਮਿਊਨਿਟੀ ਫਿਜ਼ੀਓਥੈਰੇਪਿਸਟ ਹੁੰਦਾ ਹੈ ਉਹ ਤੁਹਾਡੀ ਮਦਦ ਕਰ ਸਕਦਾ ਹੈਗਾ ਇਸ ਨੂੰ ਸੈਟਅਪ ਕਰਨ ਦੇ ਵਿੱਚ ਕਿ ਤੁਸੀਂ ਬੈੱਡ ਦੇ ਉੱਪਰ ਹੀ ਜਾਂ ਤੁਸੀਂ ਆਪਣੀ ਵੀਲ ਚੇਅਰ ਦੇ ਉੱਪਰ ਇਹ ਸਾਰੀਆਂ ਐਕਸਰਸਾਈਜ਼ ਕਿਸ ਤਰ੍ਹਾਂ ਕਰਨੀਆਂ ਹਨ। ਹਾਰਟ ਐਂਡ ਸਟ੍ਰੋਕ ਵਾਲਿਆਂ ਵੱਲੋਂ ਇਹ ਉਮੀਦ ਕੀਤੀ ਜਾਂਦੀ ਹੈ ਜਾਂ ਉਹਨਾਂ ਨੂੰ ਦੱਸਿਆ ਜਾਂਦਾ ਕਿ ਇਹ ਤੁਸੀਂ ਜੇ ਕੋਈ ਜਿਹੜੀ ਸਰੀਰਕ ਤੌਰ 'ਤੇ ਜਿਹੜੀ ਗਤੀਵਿਧੀਆਂ ਹੈਗੀਆਂ ਉਹ 4 ਤੋਂ 7 ਦਿਨ ਹਫ਼ਤੇ ਦੇ ਵਿੱਚ ਜਿਹੜੀ ਕਿ 150 ਮਿੰਟ ਟੋਟਲ ਹੋ ਜਾਂਦੀ ਹੈ ਹਫ਼ਤੇ ਦੇ ਅਤੇ 10 ਮਿੰਟ ਜਾਂ ਉਸ ਤੋਂ ਜ਼ਿਆਦਾ ਤੁਸੀਂ ਹਰ ਰੋਜ਼ ਐਕਸਰਸਾਈਜ਼ ਇਹ ਜ਼ਰੂਰ ਕਰਨੀਆਂ ਹੁੰਦੀਆਂ। ਪਰ ਸੱਚਾਈ ਇਹ ਵੀ ਹੈ ਕਿ ਤੁਹਾਡੀ ਆਪਣੀ ਤੁਹਾਡੀ ਸਿਹਤ ਦੇ ਹਿਸਾਬ ਦੇ ਨਾਲ ਤੁਸੀਂ ਇਸ ਚੀਜ਼ ਨੂੰ ਜਾਂ ਤਾਂ ਤੁਸੀਂ ਉਹਨੂੰ ਵਧਾ ਘਟਾ ਸਕਦੇ ਹੋ ਜਾਂ ਤੁਸੀਂ ਘੱਟ ਵਾਰ ਜਾਂ ਜ਼ਿਆਦਾ ਵਾਰ ਕਰ ਸਕਦੇ ਹੈਗੇ ਹੋ। ਇਹ ਸਾਰਾ ਕੁਝ ਡਿਪੈਂਡ ਕਰਦਾ ਤੁਹਾਡੀ ਸਿਹਤ ਕਿੰਨਾ ਕੁ ਤੁਹਾਨੂੰ ਇਸ ਚੀਜ਼ ਦੀ ਇਜਾਜ਼ਤ ਦਿੰਦੀ ਹੈ ਅਤੇ ਜੇ ਤੁਸੀਂ ਇਹਦੇ 'ਚ ਕਰਨ ਦੇ ਨਾਲ ਤੁਹਾਨੂੰ ਥਕਾਵਟ ਹੁੰਦੀ ਹੈ ਅਤੇ ਉਸ ਚੀਜ਼ ਵੀ ਇਹਦੇ ਉੱਪਰ ਅਸਰ ਪਾਉਂਦੀ ਹੈ ਅਤੇ ਉਹਦੇ ਨਾਲ ਵੀ ਤੁਸੀਂ ਘਟਾ ਵਧਾ ਸਕਦੇ ਹੋ ਜਾਂ ਤੁਸੀਂ ਘੱਟ ਵਾਰ ਜਾਂ ਜ਼ਿਆਦਾ ਵਾਰ ਕਰ ਸਕਦੇ ਹੋ। ਵਰਚੁਅਲ ਤਰੀਕੇ ਨਾਲ ਜਿਹੜੀ ਰੀਹੈਬਲੀਟੇਸ਼ਨ ਜਾਂ ਬੇਅਦਬੀ ਹੁੰਦੀ ਹੈ ਉਹਦੇ ਵਿੱਚ ਇਹ ਕੋਈ ਚੀਜ਼ ਨਵੀਂ ਨਹੀਂ ਹੈਗੀ। ਇਹਦੇ 'ਚ ਕਿ ਹੁਣ ਕੋਵਿਡ ਦੇ ਨਾਲ ਪੈਂਡੇਮਿਕ ਦੇ ਨਾਲ ਇਸ ਚੀਜ਼ ਨੂੰ ਸਾਨੂੰ ਜ਼ਬਰਦਸਤੀ ਕਰਨੀ ਪੈ ਰਹੀ ਹੈ ਇਸ ਤਰੀਕੇ ਦੇ ਨਾਲ ਜਦ ਕਿ ਇਹ ਜਿਹੜੀ ਚੀਜ਼ ਹੈਗੀ ਹੈ ਉਹ ਪਹਿਲੇ ਵੀ ਹੁੰਦੀ ਸੀ ਪਰ ਇਹ ਕਈ ਵਾਰ ਇਹ ਸਬੂਤ ਵੀ ਮਿਲੇ ਹੈਗੇ ਕਿ ਵਰਚੁਅਲ ਜਿਹੜੀ ਰੀਹੈਬਲੀਟੇਸ਼ਨ ਹੈ ਜਿਹੜੀ ਕਿ ਅਸੀਂ ਕੰਪਿਊਟਰ 'ਤੇ ਕਰਦੇ ਹਾਂ ਉਹ ਕਈ ਵਾਰ ਅਸੀਂ ਜਿਹੜੇ ਉਹ ਇੰਨੀ ਕੁ ਹੀ ਉਹਦਾ ਵੀ ਉਨਾ ਕੀ ਫਾਇਦਾ ਹੁੰਦਾ ਜਿੰਨਾ ਕਿ ਅਸੀਂ ਜੇ ਅਸੀਂ ਜਾਤੀ ਤੌਰ 'ਤੇ ਜਾ ਕੇ ਕਰੀਏ ਜਾਂ ਕੋਈ ਸਾਨੂੰ ਆ ਕੇ ਕਰਵਾਵੇ। ਕਈ ਵਾਰ ਤਾਂ ਇਹ ਵੀ ਸਬੂਤ ਮਿਲੇ ਹਨ ਕਿ ਇਹ ਕਈ ਜਗ੍ਹਾ 'ਤੇ ਉਹ ਸਗੋਂ ਜਾਤੀ ਤੌਰ 'ਤੇ ਜਾਣ ਨਾਲੋਂ ਉਸ ਤੋਂ ਵੀ ਜ਼ਿਆਦਾ ਪ੍ਰਭਾਵੀ ਮਹਿਸੂਸ ਹੁੰਦੀ ਕਈ ਵਾਰ ਜਿਹਦੇ 'ਚ ਸਪੀਚ ਥੈਰੇਪੀ ਹੋ ਗਈ ਜਾਂ ਘਰ ਦੇ ਜਿਹੜੇ ਘਰੇ ਐਕਸਰਸਾਈਜ਼ ਕਰਦੇ ਹੈਗੇ ਉਹਦੇ ਵਿੱਚ ਇਹ ਚੀਜ਼ ਹੋਰ ਵੀ ਜ਼ਿਆਦਾ ਚੰਗੀ ਉੱਭਰ ਕੇ ਆਈ ਹੈ ਵਰਚੁਅਲ ਜਾਂ ਕੰਪਿਊਟਰ ਦੇ ਰਾਹੀਂ। ਅਤੇ ਉਦਾਹਰਨ ਉਸ ਚੀਜ਼ ਦਾ ਹੈਗਾ ਜਿਹੜਾ ਵਰਚੁਅਲ ਰੀਹੈਬਲੀਟੇਸ਼ਨ ਦਾ ਉਹ ਹੈ ਗ੍ਰਾਸਪ ਪ੍ਰੋਗਰਾਮ ਇੱਕ ਇਸ ਤਰ੍ਹਾਂ ਦਾ ਪ੍ਰੋਗਰਾਮ ਜਿਹੜਾ ਕਮਿਊਨਿਟੀ ਦੇ ਵਿੱਚ ਰਹਿੰਦੇ ਹੋਏ ਤੁਸੀਂ ਕਰ ਸਕਦੇ ਹੋ ਜਿਹਦੇ ਕਰਕੇ ਕਿ ਸਟਰੋਕ ਤੋਂ ਬਾਅਦ ਤੁਸੀਂ ਆਪਣੇ ਹੱਥਾਂ ਅਤੇ ਬਾਹਾਂ ਦੀਆਂ ਜਿਹੜੀਆਂ ਸ਼ਕਤੀ ਨੂੰ ਵਧਾ ਸਕਦੇ ਹੋ। ਇਹ ਪ੍ਰੋਗਰਾਮ ਉਹਨਾਂ ਵਿੱਚ ਜ਼ਿਆਦਾ ਪ੍ਰਭਾਵਕਾਰੀ ਹੈਗਾ ਜਿਨ੍ਹਾਂ ਵਿੱਚ ਸਟਰੋਕ ਤੋਂ ਬਾਅਦ ਜੇ ਕੋਈ ਹੱਥਾਂ ਦੀ ਜਾਂ ਬਾਹਾਂ ਦੀ ਜਾਂ ਉਂਗਲਾਂ ਦੀ ਮੁਸ਼ਕਿਲ ਆ ਜਾਂਦੀ ਉਹਨਾਂ ਨੂੰ ਨਹੀਂ ਚੱਲਦੀਆਂ ਉਹਨਾਂ ਵਿੱਚ ਇਹ ਬਹੁਤ ਜ਼ਿਆਦਾ ਪ੍ਰਭਾਵੀ ਪ੍ਰੋਗਰਾਮ ਹੈ। ਅਤੇ ਨਿਚੋੜ ਦੇ ਵਿੱਚ ਆਖਰ ਦੇ ਵਿੱਚ ਇਹੀ ਹੈ ਕਿ ਜੇ ਇਹ ਜਿਹੜਾ ਰੀਹੈਬਲੀਟੇਸ਼ਨ ਪ੍ਰੋਗਰਾਮ ਹੈਗਾ ਜਿਹੜਾ ਵਾਸਤਾ ਪ੍ਰੋਗਰਾਮ ਇਹ ਸਿਰਫ ਇਸ ਕਰਕੇ ਹੀ ਜ਼ਰੂਰੀ ਨਹੀਂ ਹੈਗਾ ਕਿ ਜਿਹੜਾ ਤੁਹਾਡਾ ਸਟਰੋਕ ਹੋਇਆ ਤਾਂ ਉਹਦੇ ਬਾਅਦ ਵਿੱਚ ਇਹ ਤੁਹਾਨੂੰ ਠੀਕ ਕਰਨ ਦੇ ਵਿੱਚ ਮਦਦ ਕਰਦਾ ਪਰ ਨਾਲ ਇਹ ਵੀ ਹੈ ਕਿ ਤੁਹਾਨੂੰ ਦੂਜਾ ਸਟਰੋਕ ਜਾਂ ਦੁਬਾਰਾ ਸਟਰੋਕ ਦੇ ਚਾਂਸਿਸ ਜਿਹੜੇ ਘੱਟ ਹੋਣ ਉਹਦੇ ਵਿੱਚ ਵੀ ਇਹ ਚੀਜ਼ ਮਦਦ ਕਰਦੀ ਹੈ। ਤੁਸੀਂ ਆਪਣੇ ਡਾਕਟਰ ਨਾਲ ਗੱਲ ਕਰ ਸਕਦੇ ਹੋ ਜਾਂ ਥੈਰੇਪਿਸਟ ਦੇ ਨਾਲ ਗੱਲ ਕਰ ਸਕਦੇ ਹੋ ਕਿ ਤੁਸੀਂ ਆਪਣੇ ਆਪ ਨੂੰ ਅੱਗੇ ਤੋਂ ਜ਼ਿਆਦਾ ਕੰਮ ਕਰਾਉਣ ਵਾਸਤੇ ਜਾਂ ਵਧਾਉਣ ਵਾਸਤੇ ਆਪਣੇ ਵਿੱਚ ਸ਼ਮਤਾ ਤੁਸੀਂ ਕੀ ਕਰ ਸਕਦੇ ਹੋ। ਤੁਸੀਂ ਆਪਣੀ ਸ਼ਮਤਾਵਾਂ ਬਾਰੇ ਵੀ ਜਾਣ ਸਕਦੇ ਹੈਗੇ ਕਿ ਕਿੰਨਾ ਕੁ ਤੁਸੀਂ ਕਰ ਸਕਦੇ ਹੋ ਕਿ ਤੁਹਾਡੀ ਆਪਣੀ ਯੋਗਤਾਵਾਂ ਦੇ ਵਿੱਚ ਤੁਸੀਂ ਕਿੱਦਾਂ ਵਾਧਾ ਕਰ ਸਕਦੇ ਹੈਗੇ ਹੋ ਕਿ ਇਹ ਵੀ ਚੀਜ਼ ਤੁਸੀਂ ਆਪਣੇ ਨਿਰਧਾਰਿਤ ਕਰ ਸਕਦੇ ਹੈਗੇ ਕਿ ਤੁਹਾਡੇ ਟੀਚੇ ਕੀ ਹੈਗੇ ਆ ਤੁਹਾਡੀ ਪਹਿਲ ਕਿਸ ਚੀਜ਼ ਦੀ ਹੈਗੀ ਹੈ ਅਤੇ ਤੁਹਾਡੇ ਜਿਹੜੇ ਟੀਚੇ ਹੈਗੇ ਉਹ ਯਥਾਰਥਵਾਦੀ ਹੋਣੇ ਚਾਹੀਦੇ ਜਿਹੜੇ ਕਿ ਹੋ ਸਕਣ ਅਤੇ ਟੀਚੇ ਇਸ ਤਰ੍ਹਾਂ ਦੇ ਹੋਣੇ ਟੀਚੇ ਕਈ ਵਾਰ ਟਾਈਮ 'ਤੇ ਜਾਂ ਨਾਲ ਬਦਲ ਵੀ ਜਾਂਦੇ ਹੈ ਜਾਂ ਫਿਰ ਉਹ ਹੋਰ ਥੋੜ੍ਹੇ ਜਿਹੇ ਬਦਲਾਵ ਵੀ ਕੀਤੇ ਜਾ ਸਕਦੇ ਉਹਨਾਂ ਵਿੱਚ। ਠੀਕ ਹੋਣ ਦੇ ਵਿੱਚ ਤੁਹਾਨੂੰ ਕਾਫੀ ਸਮਾਂ ਵੀ ਲੱਗ ਸਕਦਾ ਹੈ ਅਤੇ ਇਸ ਕਰਕੇ ਇਸ ਤੋਂ ਨਿਰਾਸ਼ ਨਾ ਹੋਵੋ ਤੁਸੀਂ ਅਤੇ ਕਈਆਂ ਦੇ ਵਿੱਚ ਦੁਰਭਾਗਵੰਸ਼ ਇਹ ਪੂਰੀ ਤਰ੍ਹਾਂ ਠੀਕ ਨਹੀਂ ਵੀ ਹੁੰਦਾ ਅਤੇ ਇਹੀ ਇੱਕ ਸੱਚਾਈ ਹੈਗੀ।
ਯਾਦ ਰੱਖੋ ਕਿ ਤੁਸੀਂ ਆਪਣੀ ਗਤੀਵਿਧੀਆਂ ਦਾ ਜਿਹੜਾ ਨਾ ਉਹ ਸੰਤੁਲਿਤ ਬਣਾ ਕੇ ਰੱਖੋ ਅਤੇ ਤੁਸੀਂ ਜਦੋਂ ਵੀ ਸਮੇਂ ਮਿਲੇ ਉਦੋਂ ਤੁਸੀਂ ਰੈਸਟ ਕਰੋ ਤਾਂ ਕਿ ਤੁਹਾਡੀ ਥਕਾਵਟ ਨਾ ਹੋ ਸਕੇ ਤੁਹਾਨੂੰ। ਤੇ ਯਾਦ ਰੱਖੋ ਕਿ ਹਰ ਇੱਕ ਮਰੀਜ਼ ਜਿਹੜਾ ਉਹ ਵਿਲੱਖਣ ਹੁੰਦਾ ਹੈ ਅਤੇ ਹਰ ਇੱਕ ਦੀ ਜਿਹੜੀ ਰਿਕਵਰੀ ਹੈਗੀ ਹੈ ਠੀਕ ਹੋਣ ਦਾ ਸ਼ਮਤਾ ਵੀ ਉਹ ਵੀ ਵਿਲੱਖਣ ਹੁੰਦੀ ਹੈ। ਇੱਥੇ ਕੁਝ ਮਹੱਤਵਪੂਰਨ ਸਰੋਤ ਦਿਖਾਏ ਗਏ ਹਨ। ਇਹ ਕੁਝ ਵੀਡੀਓ ਹੈਗੇ ਆ ਜਿਹੜੇ ਕਿ ਅਮਰੀਕਨ ਹਾਰਟ ਅਤੇ ਸਟ੍ਰੋਕ ਵੱਲੋਂ ਬਣਾਏ ਗਏ ਹਨ ਅਤੇ ਇਸੇ ਤਰ੍ਹਾਂ ਹੀ ਕੈਨੇਡੀਅਨ ਬੈਸਟ ਸਟ੍ਰੋਕ ਪ੍ਰੈਕਟਿਸ ਜਿਹੜੀ ਹੈਗੀ ਉਹਨਾਂ ਵੱਲੋਂ ਇੱਕ ਤੁਹਾਡੀ ਸਟ੍ਰੋਕ ਦੀ ਜਿਹੜੀ ਯਾਤਰਾ ਹੈਗੀ ਹੈ ਉਹਦੇ ਪਰ ਗਾਈਡ ਜਿਹੜੀ ਬਣਾਈ ਗਈ ਹੈ ਜਿਹੜੀ ਲੋਕ ਸਟ੍ਰੋਕ ਦੇ ਨਾਲ ਰਹਿੰਦੇ ਹਨ ਉਹਨਾਂ ਬਾਰੇ, ਜਿਹੜਾ ਕਿ ਇੱਕ ਬਹੁਤ ਵਧੀਆ ਹੈ ਇੱਕ ਸਰੋਤ ਹੈਗਾ ਜਿਹੜੇ ਧਿਆਨ ਰੱਖਣ ਵਾਲੇ ਹਨ ਉਹਨਾਂ ਵਾਸਤੇ ਅਤੇ ਜਿਹੜੇ ਸਟ੍ਰੋਕ ਨਾਲ ਜੂਝ ਰਹੇ ਹਨ ਉਹਨਾਂ ਵਾਸਤੇ। ਮਿਹਰਬਾਨੀ ਜੀ। BC ਸੀਨੀਅਰਸ ਗਾਈਡ ਜਿਹੜੀ ਪੰਜਾਬੀ ਤੇ ਇੰਗਲਿਸ਼ ਵਿੱਚ ਵੀ ਹੈਗੀ, ਦੋਨੋਂ ਤੁਸੀਂ ਉਸ ਚੀਜ਼ ਨੂੰ ਵਾਚ ਕਰ ਸਕਦੇ ਹੋ। ਜਿਹੜੇ ਕਮਿਊਨਿਟੀ ਕੋਈ ਵੀ ਜਿਹੜਾ ਪ੍ਰੋਗਰਾਮ ਹੈ ਉਹ ਬਿਨਾਂ ਕਮਿਊਨਿਟੀ ਪਾਰਟਨਰਸ ਤੋਂ ਨਹੀਂ ਹੁੰਦਾ। ਸੋ ਜਿਹੜੇ ਸਾਡੇ ਸਾਰੇ ਕਮਿਊਨਿਟੀ ਪਾਰਟਨਰਸ ਨੇ ਉਹਨਾਂ ਦਾ ਤੇ ਮੀਡੀਆ ਪਾਰਟਨਰਸ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ। ਇਸ ਕੋਵਿਡ-19 ਦੇ ਵਿੱਚ ਬੜੀ ਮੁਸ਼ਕਲ ਹੈ ਕਿ ਫਿਜ਼ੀਕਲੀ ਪ੍ਰੋਗਰਾਮ ਨਹੀਂ ਸੀ ਹੋ ਸਕਦਾ ਜਦੋਂ ਅਸੀਂ ਆਰਗੇਨਾਈਜ਼ ਕੀਤਾ ਸੀ, ਪਰ ਮੀਡੀਆ ਨੇ ਸਾਡੀ ਬਹੁਤ ਮਦਦ ਕੀਤੀ ਹੈ ਤੇ ਉਹਨਾਂ ਸਾਰਿਆਂ ਦਾ ਬਹੁਤ ਧੰਨਵਾਦ। ਉਹਨਾਂ ਸਾਰਿਆਂ ਨੂੰ ਪਤਾ ਵੀ ਕੌਣ ਨੇ, ਬਾਕੀਆਂ ਦੀ ਤੁਹਾਡੀ ਇੱਥੇ ਲਿਸਟ ਅਸੀਂ ਸ਼ੋਅ ਕਰ ਦਾਂਗੇ। ਫਿਰ ਇਸ ਤੋਂ ਇਲਾਵਾ ਜਿਹੜੇ ਨਾ ਮੈਂ ਸਮਝਦਾ ਵੀ ਕੋਈ ਵੀ ਜਿਹੜੀ ਆਰਗੇਨਾਈਜੇਸ਼ਨ ਕੋਈ ਵੀ ਜਿਹੜਾ ਫੰਕਸ਼ਨ ਹੈ ਉਹਦੇ ਪਿੱਛੇ ਜਿਹੜਾ ਮੇਨ ਜਿਹੜਾ ਕੰਮ ਕਰਨ ਵਾਲੇ ਹੁੰਦੇ ਨੇ ਉਹ ਸਾਡੀ ਹੈਗੀ ਇੱਥੇ ਆਈਕੌਨ ਦੀ ਜਿਹੜੀ ਟੀਮ ਹੈ ਤੇ ਨਿਊ ਟੀਮ ਆਈਕੌਨ ਦੀ। ਉਹਨਾਂ ਨੇ ਐਕਸਲੈਂਟ ਜੌਬ ਕੀਤਾ, ਲੀਡਰਸ਼ਿਪ ਉਹਨਾਂ ਨੇ ਦਿਖਾਈ ਹੈ ਮੁਸ਼ਕਲ ਟਾਈਮ ਦੇ ਵਿੱਚ। ਸੋ ਵੀ ਆਰ ਸੋ ਗ੍ਰੇਟਫੁਲ ਕਿ ਉਹਨਾਂ ਦਾ ਅਸੀਂ ਕਰੀਏ। ਉਹਨਾਂ ਦਾ ਵੀ ਆਰ ਸੋ ਗ੍ਰੇਟਫੁਲ ਦੇ ਹੈਵ ਡਨ ਐਕਸੈਪਸ਼ਨਲੀ ਗੁੱਡ ਜੌਬ। ਫਿਰ ਨੈਕਸਟ ਜਿਹੜੇ ਸਾਡੇ ਸਪੀਕਰ ਸੀ ਡਾਕਟਰ ਪ੍ਰੀਤ ਚਾਹਲ, ਡਾਕਟਰ ਲੀਨਾ ਜੈਨ, ਡਾਕਟਰ ਰਾਜੀਵ ਰੇਬਾਏ ਐਂਡ ਵਿਕਟੋਰੀਆ ਲੋਹਿਡ ਐਂਡ ਕੈਟਲਿਨ ਆਰਚੀਬਾਲਡ, ਉਹਨਾਂ ਦਾ ਬਹੁਤ ਧੰਨਵਾਦ ਕਿ ਉਹਨਾਂ ਨੇ ਇਸ ਪ੍ਰੋਗਰਾਮ ਵਿੱਚ ਪਾਰਟਿਸਿਪੇਟ ਕੀਤਾ। ਇਸ ਤੋਂ ਇਲਾਵਾ ਜਿਹੜੀ ਤੁਸੀਂ ਦੇਖੀ ਸੀ ਵੀ ਜਿਹੜੀ ਪ੍ਰੈਜੈਂਟੇਸ਼ਨ ਦੇ ਟਾਈਮ ਜਿਹੜੀ ਟਰਾਂਸਲੇਸ਼ਨ ਸੀ ਨਾ ਉਹ ਐਕਸੈਪਸ਼ਨਲੀ ਗੁੱਡ ਟਰਾਂਸਲੇਸ਼ਨ ਸੀ ਤੇ ਉਹਦੇ ਵਿੱਚ ਸੁਰਜੀਤ ਕਲਸੀ, ਪ੍ਰਦੀਪ ਬੈਂਸ, ਅੰਮ੍ਰਿਤ ਚੰਦਨ, ਸੁਖਵੰਤ ਬਨਵੈਦ, ਇਹਨਾਂ ਨੇ ਸਾਡੀ ਮਦਦ ਕੀਤੀ। ਅਸੀਂ ਜਿਹੜੇ ਸਾਡੇ ਜਿੱਥੇ ਵਿਊਇੰਗ ਹਬਸ ਨੇ ਆਪਣਾ ਲక్ష్ਮੀ ਨਾਰਾਇਣ ਜਿਹੜਾ ਟੈਂਪਲ ਹੈ ਉਹਦੇ ਵਿੱਚ ਮਿਸਟਰ ਹੋਂਡਾ ਉਹ ਹਮੇਸ਼ਾ ਤੋਂ 11 ਸਾਲਾਂ ਤੋਂ ਸਾਡੇ ਨਾਲ ਨੇ। ਉਹਨਾਂ ਨੇ ਬਹੁਤ ਇਸ ਕੰਮ ਦੇ ਸਾਡਾ ਸਹਿਯੋਗ ਦਿਖਾਇਆ। ਉਹਨਾਂ ਦੇ ਨਾਲ ਉੱਥੇ ਅਨੂਪ ਨੇ ਜਿਹੜੇ ਕਿ ਇਸ ਚੀਜ਼ ਨੂੰ ਜਿਹੜਾ ਇਨਫੋਰਮੇਸ਼ਨ ਦੀ ਟਰਾਂਸਲੇਸ਼ਨ ਪਲੱਸ ਜਿਹੜਾ ਪੇਪਰ ਵਰਕ ਤੁਹਾਡੇ ਤੇ ਇਕੱਠਾ ਕਰਨਗੇ। ਹਰਲੀਨ ਚੌਹਾਨ ਨੇ ਆਪਣੇ ਗੁਰੂ ਨਾਨਕ ਸਿੱਖ ਗੁਰਦੁਆਰਾ ਦੇ ਵਿੱਚ ਉੱਥੋਂ ਆਪਣੀ ਇਨਫੋਰਮੇਸ਼ਨ ਉਹ ਸਾਡੇ ਤੁਹਾਡੇ ਤੱਕ ਪਹੁੰਚਾ ਰਹੇ ਨੇ ਤੇ ਵਾਪਸ ਉਹ ਆਈਕੌਨ ਨੂੰ ਦੇਣਗੇ ਵੀ ਲੋਕਾਂ ਦੇ ਕੀ ਵਿਚਾਰ ਸਨ। ਇਸ ਤੋਂ ਇਲਾਵਾ ਜਿਹੜੀਆਂ ਦੋਨੀ ਆਰਗੇਨਾਈਜੇਸ਼ਨ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਨੇ ਆ ਕਿ ਉਹਨਾਂ ਨੇ ਸਾਨੂੰ ਇਸ ਟਾਈਮ ਦੇ ਵਿੱਚ ਸਹਿਯੋਗ ਦਿੱਤਾ। ਇਹ ਟਾਈਮ ਬੜਾ ਮੁਸ਼ਕਲ ਸੀ ਕਿਉਂਕਿ ਇਹ ਕੋਵਿਡ ਦੇ ਟਾਈਮ ਦੇ ਵਿੱਚ ਇਹ ਕੰਮ ਔਖਾ ਹੁੰਦਾ, ਪਰ ਫਿਰ ਵੀ ਬਹੁਤ ਟਰਾਈ ਕੀਤੀ ਹੈ ਤੇ ਜਿਹੜਾ ਸਾਰਾ ਪ੍ਰੋਗਰਾਮ ਅਸੀਂ ਕੀਤਾ ਇਹਨੂੰ ਅਸੀਂ ਆਈਕੌਨ ਦੀ ਵੈਬਸਾਈਟ ਤੇ ਅਸੀਂ ਪੋਸਟ ਕਰ ਦੇਣਾ ਕਿ ਤੁਸੀਂ ਇਹਨੂੰ ਵਾਚ ਕਰ ਸਕਦੇ ਹੋ। ਆਉਣ ਵਾਲੇ ਸਮੇਂ ਵਿੱਚ ਕੁਝ ਟਾਈਮ ਦੇ ਬਾਅਦ ਅਸੀਂ ਪੋਸਟ ਕਰਾਂਗੇ ਤੇ ਫਿਰ ਤੁਸੀਂ ਵੇਖ ਸਕਦੇ ਹੋ। ਪਹਿਲਾਂ ਵੀ ਅਸੀਂ ਬਹੁਤ ਪ੍ਰੋਗਰਾਮ ਆਪਣੀ ਭਾਸ਼ਾ ਵਿੱਚ ਕੀਤੇ ਨੇ ਤੇ ਮੈਂ ਸਮਝਦਾ ਵੀ ਆਈਕੌਨ ਦੀ ਪਿਛਲੇ 11 ਸਾਲਾਂ ਵਿੱਚ ਬੜੀ ਸਿਗਨੀਫੀਕੈਂਟ ਕੰਟਰੀਬਿਊਸ਼ਨ ਹੈ ਕਿ ਅਸੀਂ ਕਮਿਊਨਿਟੀ ਦੇ ਨਾਲ ਮਿਲ ਕੇ ਕਮਿਊਨਿਟੀ ਦੇ ਫਿਜ਼ੀਸ਼ੀਅਨਸ ਦੇ ਨਾਲ ਹੋਰ ਹੈਲਥ ਕੇਅਰ ਪ੍ਰੋਵਾਈਡਰ ਦੇ ਨਾਲ ਮਿਲ ਕੇ ਤੁਹਾਡੇ ਤੱਕ ਪ੍ਰੋਗਰਾਮ ਪਹੁੰਚਾਉਂਦੇ ਹਾਂ ਤਾਂ ਕਿ ਤੁਸੀਂ ਜਿਹੜੀਆਂ ਲੰਬੇ ਸਮੇਂ ਦੀਆਂ ਬਿਮਾਰੀਆਂ ਨੇ ਉਹਨਾਂ ਨੂੰ ਮੈਨੇਜ ਕਰ ਸਕੋ ਘਰ ਦੇ ਵਿੱਚ। ਤੇ ਇਸ ਵਾਰੀ ਸਟ੍ਰੋਕ ਤੇ ਤਾਂ ਫੋਕਸ ਕੀਤਾ ਸੀ ਕਿਉਂਕਿ ਜਿਹੜੀਆਂ ਸਾਰੀਆਂ ਬਿਮਾਰੀਆਂ ਨੇ ਅਖੀਰ ਦੇ ਵਿੱਚ ਜਾਂ ਤੁਹਾਨੂੰ ਸਟ੍ਰੋਕ ਵੱਲ ਖੜਦੀਆਂ ਨੇ ਜਾਂ ਤੁਹਾਨੂੰ ਹਾਰਟ ਅਟੈਕ ਵੱਲ ਖੜਦੀਆਂ ਨੇ। ਸੋ ਮੈਂ ਸਮਝਦਾ ਕਿ ਇਸ ਟਾਈਮ ਦੇ ਵਿੱਚ ਅਸੀਂ ਜਾਣ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਦਾ ਧੰਨਵਾਦ ਕਰੀਏ ਜਿਨ੍ਹਾਂ ਨੇ ਵਾਚ ਕੀਤਾ ਤੇ ਪਲੱਸ ਡਾਕਟਰ ਕੈਂਡਲ ਹੋ ਜਿਹੜੇ ਕਿ ਓਵਰਆਲ ਇੰਚਾਰਜ ਨੇ ਇਸ ਪ੍ਰੋਗਰਾਮ ਦੇ, ਉਹਨਾਂ ਦਾ ਵੀ ਮੈਂ ਬਹੁਤ ਧੰਨਵਾਦ ਕਰਨਾ ਕਿ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ। ਤੇ ਇਸ ਤੋਂ ਇਲਾਵਾ ਜਿਹੜੇ ਸਾਡੇ ਸਪੋਰਟ ਸਟਾਫ ਇੱਥੇ ਸਾਰਾ ਜਿਹੜਾ ਉਹਨਾਂ ਨੇ ਜਾਂ ਜਿਹੜੇ ਆਰਗੇਨਾਈਜ਼ ਕਰਦੇ ਪਏ ਨੇ, ਇਟ ਟੇਕਸ ਲੋਟ ਆਫ ਟਾਈਮ ਐਂਡ ਐਫਰਟਸ and we are so grateful they have done an exceptionally good job and hopefully when we do the next program we will have in person because
आई थिंक आइडिया हैगा भी लोगों तक रीच करना, इंफॉर्मेशन प्रोवाइड करनी। ते मेरे लेफ्ट साइड पे हरमन is assisting me for the last 2 days, and I just want to say we are so grateful that you're working so hard, and ਸਾਡਾ ਪ੍ਰੋਗਰਾਮ ਦੀ ਸਕਸੈਸ ਵਿੱਚ ਤੁਹਾਡਾ ਸਾਰਿਆਂ ਦਾ ਜਿੰਨੇ ਵੀ ਇੱਥੇ ਹੈਗੇ ਤੁਹਾਡੇ ਉਹਨਾਂ ਦਾ ਬਹੁਤ ਹੱਥ ਹੈ। ਸੋ ਸਾਰਿਆਂ ਦਾ ਬਹੁਤ ਧੰਨਵਾਦ, ਤੇ ਫਿਰ ਮਿਲਦੇ ਹਾਂ ਅਗਲੇ ਸਾਲ ਜਦੋਂ ਵੀ ਮੌਕਾ ਮਿਲਿਆ ਇਨ ਪਰਸਨ ਮਿਲਣ ਦਾ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਗੁੱਡ ਈਵਨਿੰਗ, ਨਮਸਕਾਰ, ਗੁੱਡ ਬਾਏ।